ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਕੋਵਿਡ-19 ਨੇ ਕਹਿਰ ਮਚਾ ਕੇ ਰੱਖਿਆ ਹੋਇਆ ਤੇ ਨਾਲ ਹੁਣ BC ਦੇ ਵਿੱਚ ਇਲੈਕਸ਼ਨ ਵੀ ਕਾਲ ਹੋ ਗਈਆਂ ਨੇ। ਪਹਿਲਾਂ ਸਕੂਲ ਦੇ ਪਿੱਛੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀ ਕਿ ਸਕੂਲ ਖੁੱਲ੍ਹਣੇ ਚਾਹੀਦੇ ਆ, ਨਹੀਂ ਖੁੱਲ੍ਹਣੇ ਚਾਹੀਦੇ, ਤਾਂ ਅੱਧੇ ਸਕੂਲ ਵਰਚੁਅਲ ਲੱਗ ਰਹੇ ਨੇ, ਅੱਧੇ ਸਕੂਲ ਜਿਹੜੇ ਇਨ ਪਰਸਨ ਲੱਗ ਰਹੇ ਨੇ, ਤੇ ਉਸ ਤੋਂ ਬਾਅਦ ਅਚਾਨਕ ਹੀ ਜਿਹੜਾ ਇਲੈਕਸ਼ਨ ਕਾਲ ਹੋ ਜਾਣਾ। ਫਿਰ ਉਸ ਤੋਂ ਬਾਅਦ ਹੁਣ ਰੇਨੀ ਸੀਜ਼ਨ, ਮੌਨਸੂਨ ਸੀਜ਼ਨ ਜਿਹੜਾ ਹੈਗਾ ਆ ਉਹ ਆ ਗਿਆ ਹੈਗਾ ਆ BC ਦੇ ਵਿੱਚ, ਕੈਨੇਡਾ ਦੇ ਵਿੱਚ। ਕਿਸ ਤਰ੍ਹਾਂ ਕੋਵਿਡ-19 ਕੰਟਰੋਲ ਹੋਵੇਗਾ, ਕਿਸ ਤਰ੍ਹਾਂ ਕੋਵਿਡ-19 ਦੇ ਨਾਲ ਅਸੀਂ ਰੇਨੀ ਸੀਜ਼ਨ ਦੇ ਵਿੱਚ, ਫਲੂ ਸੀਜ਼ਨ ਦੇ ਵਿੱਚ ਆਪਣਾ ਧਿਆਨ ਰੱਖ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਡਿਸੀਜ਼ਸ ਤੋਂ ਬਚ ਸਕਦੇ ਹਾਂ, ਕਿਉਂਕਿ ਅਸੀਂ ਅਕਸਰ ਹੁਣ ਦੇਖ ਰਹੇ ਹਾਂ ਕਿ ਮੌਤਾਂ ਬਹੁਤ ਹੋ ਰਹੀਆਂ ਨੇ ਕਰੋਨਾ ਵਾਇਰਸ ਦੇ ਨਾਲ, ਖਾਸ ਕਰਕੇ ਅਮਰੀਕਾ ਦੇ ਵਿੱਚ 2 ਲੱਖ ਮੌਤਾਂ ਜਿਹੜੀਆਂ, ਉਸ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਸਾਹਮਣੇ ਆਈਆਂ ਨੇ। ਬਹੁਤ ਹੀ ਜਿਹੜਾ ਦਰਦਨਾਕ ਲੱਗਦਾ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਇੰਨੇ ਲੋਕ ਜਿਹੜੇ ਆਪਣੀ ਜਾਨ ਗਵਾ ਗਏ ਨੇ ਇਸ ਵਾਇਰਸ ਦੇ ਨਾਲ। ਅਸੀਂ ਆਪਣੀ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਰੱਖ ਸਕਦੇ ਹਾਂ, ਇਸ ਬਾਰੇ ਜਾਣਕਾਰੀ ਦੇਣ ਦੇ ਲਈ ਅੱਜ ਇਸ ਮੁਲਾਕਾਤ ਦੇ ਵਿੱਚ, ਇਸ ਖਾਸ ਮੁਲਾਕਾਤ ਦੇ ਵਿੱਚ ਗੱਲਬਾਤ ਹੋਵੇਗੀ ਡਾਕਟਰ ਪ੍ਰਗਟ ਸਿੰਘ ਭੁਰਜੀ ਦੇ ਨਾਲ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਭੁਰਜੀ, ਸਵਾਗਤ ਹੈ ਜੀ ਤੁਹਾਡਾ। बहुत बहुत धन्यवाद अर्श जी ते सारे देखण वालियां नूं प्यार भरी सत श्री अकाल, नमस्ते, सलाम, आदाब, किम छो, कसा है, सलो, बोंजोर, ब्यूनस डायस, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਭੁਰਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਵਧਾਈਆਂ ਦੇਣੀਆਂ ਚਾਹੁੰਦੇ ਹਾਂ। ਹੁਣ ਤੁਸੀਂ ਪੁੱਛਣੀਆਂ ਕਾਹਦੀਆਂ? ਹਾਂਜੀ ਦੱਸੋ। ਤੁਹਾਨੂੰ ਹੁਣ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਅਵਾਰਡ ਮਿਲ ਰਿਹਾ ਹੈਗਾ, ਉਹਦੇ ਕਰਕੇ ਵਧਾਈਆਂ। ਵਾਹਿਗੁਰੂ, ਮੈਂ ਤਾਂ ਦੇਖੋ ਕਮਿਊਨਿਟੀ ਦਾ ਸੇਵਾਦਾਰ ਆ ਤੇ ਕੈਲਗਰੀ ਤੋਂ ਸੱਜਣਾ ਨੇ ਮੈਨੂੰ ਕਰੀਬਨ 2 ਦਿਨ ਪਹਿਲੋਂ ਇਨਫੋਰਮ ਕੀਤਾ ਸੀ ਵੀ ਉਹਨਾਂ ਦੀ ਜਿਹੜੀ ਸਰਬ ਸੰਮਤੀ ਦੇ ਨਾਲ ਉਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ, ਗਦਰੀ ਬਾਬਿਆਂ ਦਾ ਮੇਲਾ ਬਹੁਤ ਵੱਡਾ ਕਰਦੇ ਆ ਕੈਲਗਰੀ 'ਚ, ਤੇ ਹੋਏਗਾ 27 ਤਰੀਕ ਨੂੰ। ਤੇ ਮੈਂ ਤੇ ਕਿਹਾ ਸੀ ਵੀ ਤੁਸੀਂ ਮੇਰੇ ਤੋਂ ਬਹੁਤ ਵਧੀਆ ਕੰਮ ਕਰ ਰਹੇ ਲੋਕ, ਉਹਨਾਂ ਨੂੰ ਦੋ, ਲੇਡੀਜ਼ ਨੂੰ ਦੋ, ਜਾਂ ਹੋਰ ਮਤਲਬ ਮਾਈਨੋਰਿਟੀਜ਼ 'ਚ ਜਿਹੜੇ ਕੰਮ ਕਰਦੇ, ਬਟ ਉਹ ਕਹਿੰਦੇ ਨਹੀਂ, ਅਸੀਂ ਸਰਬ ਸੰਮਤੀ ਦੇ ਨਾਲ ਤੁਹਾਨੂੰ ਦੇਣਾ। ਸੋ ਮੈਂ ਉਹਨਾਂ ਦਾ ਮਾਣ ਰੱਖਣਾ ਮੰਗਦਾ ਤੇ 27 ਤਰੀਕ ਨੂੰ ਕੈਲਗਰੀ ਦੇ ਦਰਸ਼ਨ ਕਰਾਂਗੇ। ਬਕਾਇਦਾ ਮੇਰੇ ਬੱਚਿਆਂ ਨੇ ਮੈਨੂੰ ਡਰਾਇਆ ਹੋਇਆ ਵੀ ਤੂੰ ਮਾਸਕ ਮੂਸਕ ਪਾ ਕੇ ਚੰਗੀ ਤਰ੍ਹਾਂ ਜਾਈਂ, ਪ੍ਰੋਟੈਕਸ਼ਨ ਰੱਖੀ, ਕਿਉਂਕਿ ਟਰੈਵਲਿੰਗ ਕਰਨੀ ਪੈਣੀ ਹੈ। ਮੈਂ BC ਤੋਂ ਬਿਲਕੁਲ ਬਾਹਰ ਨਹੀਂ ਗਿਆ ਜਦੋਂ ਵੀ ਕੋਵਿਡ ਹੋਇਆ, ਔਰ ਬਿਲਕੁਲ ਘਰ ਦੇ ਲਾਗੇ ਚੱਗੇ ਰਿਹਾ। ਇੱਕ ਵਾਰੀ ਮੈਂ ਕਲੋਨਾ ਗਿਆ ਸੀ ਮਾਲਕਿਨ ਦੇ ਨਾਲ, ਉਹ ਵੀ ਐਨਵਰਸਰੀ ਮਨਾਉਣੀ ਸੀ, ਬਟ ਮੈਂ ਹੈਗਾ ਸੇਵਾਦਾਰ ਬੰਦਾ, ਔਰ ਮਾਲਕ ਮੇਰੇ ਮੁਰਸ਼ਿਦ ਦੇ ਗੁਰੂ ਨਾਨਕ ਵੀ ਕਹਿੰਦੇ ਆ ਵੀ ਜਿਹੜੀ ਸੇਵਾ ਹੈਗੀ ਉਹ ਸਭ ਤੋਂ ਉੱਤਮ ਕਰਮ ਹੈ, ਕਿਉਂਕਿ ਸੇਵਾ ਕਰਤ ਹੋਏ ਨਹਿ ਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ। ਮੇਰਾ ਗੋਲ ਤਾਂ ਹੈਗਾ ਸਵਾਮੀ ਦੀ ਪ੍ਰਾਪਤੀ, ਪਰਮੇਸ਼ਰ ਤੇ ਰਾਹ ਦੇ ਵਿੱਚ ਜਿਹੜੇ ਦੂਜੇ ਪੜਾਅ ਹੈਗੇ ਆ, ਖੁਸ਼ਨੁਮਾ ਪੜਾਅ ਨੇ, ਔਰ ਮੈਂ ਸਾਰੇ ਸੰਮਤੀ ਦੇ ਨਾਲ ਧੰਨਵਾਦ ਕਰਦਾ ਸਾਰਿਆਂ ਦਾ। ਬਿਲਕੁਲ ਡਾਕਟਰ ਭੁਰਜੀ, ਇੱਕ ਵਾਰ ਫਿਰ ਤੋਂ ਵਧਾਈਆਂ, ਕਿਉਂਕਿ ਅਸੀਂ ਵਿਊਅਰਸ ਨੂੰ ਵੀ ਦੱਸ ਦਈਏ ਕਿ 20ਵਾਂ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਕੈਲਗਰੀ ਦੇ ਵਿੱਚ ਕਰਵਾਇਆ ਜਾ ਰਿਹਾ, ਤੇ ਉਹਦੇ ਵਿੱਚ ਡਾਕਟਰ ਭੁਰਜੀ ਨੂੰ ਡਾਕਟਰ ਦੇ ਨਾਲ ਜਿਹੜੇ ਮੀਡੀਆ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਆ, ਸਮਾਜ ਦੇ ਵਿੱਚ ਸਮਾਜਿਕ ਸੋਸ਼ਲ ਕੰਮਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ, ਉਹਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਆ। ਸੋ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰਦੇ ਆ, ਹਰੇਕ ਹਫ਼ਤੇ ਸਾਨੂੰ ਇਨਫੋਰਮੇਸ਼ਨ ਦਿੰਦੇ ਹੈਗੇ ਆ ਕੋਵਿਡ ਦੇ ਬਾਰੇ, ਨਾਲ ਹੋਰ ਹੈਲਥ ਡਿਸੀਜ਼ ਦੇ ਬਾਰੇ। ਅੱਜ ਜੇ ਕੋਵਿਡ-19 ਦੀ ਗੱਲ ਕਰੀਏ ਤਾਂ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ, ਹਰ ਦਿਨ ਨਵੇਂ ਕੇਸ ਜਿਹੜੇ ਸਾਹਮਣੇ ਆ ਰਹੇ ਨੇ। ਕਈ ਕੇਸ ਜਿਹੜੇ ਪਿੱਛੋਂ ਪਹਿਲਾਂ ਦੇ ਹੈਗੇ ਨੇ, ਹਿਸਟੋਰੀਕਲ ਕੇਸ ਵੀ ਕਈ ਦੇਸ਼ਾਂ ਦੇ ਵਿੱਚ ਸਾਹਮਣੇ ਆ ਰਹੇ ਨੇ। ਅੱਜ ਦੀ ਤਾਜ਼ਾ ਸਥਿਤੀ ਕੀ ਹੈ? ਤਾਜ਼ਾ ਸਥਿਤੀ ਕੋਈ ਚੰਗੀ ਨਹੀਂ ਹੈਗੀ। 32 ਮਿਲੀਅਨ ਦੇ ਲੱਗੇ ਸਾਡਾ ਅੰਕੜਾ ਵਰਲਡ ਵਾਈਡ ਅੱਪਰ ਚੱਲਿਆ, ਔਰ ਮੇਰੇ ਖਿਆਲ ਨਾਲ ਅਸੀਂ ਬਹੁਤ ਕਲੋਜ਼ ਆ 1 ਮਿਲੀਅਨ ਡੈਥ ਦੇ ਲੱਗੇ ਚਾਗੇ, 980,000 ਤੋਂ ਉੱਤੇ ਵਰਲਡ ਵਾਈਡ। ਹੁਣ ਅਗਰ ਅਮਰੀਕਾ ਦੀ ਗੱਲ ਕਰੀਏ ਤੇ ਆਊਟ ਆਫ ਕੰਟਰੋਲ ਸਥਿਤੀ ਹੈਗੀ ਹੈ, ਉੱਥੇ 7 ਮਿਲੀਅਨ ਲੱਗੇ ਚਾਗੇ ਕੇਸਿਸ ਪੋਜ਼ਿਟਿਵ ਆ ਰਹੇ ਆ, 7 ਤੋਂ ਥੋੜੇ ਘੱਟ, ਤੇ 2,05,000 ਜਿਹੜੇ ਲੋਕੀ ਉਹਨਾਂ ਨੇ ਆਪਣਾ ਜੀਵਨ ਖੋ ਲਿਆ। ਨੰਬਰ 2 ਤੇ ਹਿੰਦੁਸਤਾਨ ਹੁੰਦਾ, ਉਹ ਵੀ ਬਹੁਤ ਅੱਗੇ ਹੈਗਾ, 5.5 ਮਿਲੀਅਨ ਤੇ ਕਰੀਬਨ 90,000 ਤੋਂ ਉੱਤੇ ਜਾਨਾਂ ਜਾ ਚੁੱਕੀਆਂ ਹਿੰਦੁਸਤਾਨ 'ਚ। ਔਰ ਜਦ ਤੱਕ ਇਹ ਕੋਵਿਡ ਦੀ ਪ੍ਰੋਬਲਮ ਕਰੀਬਨ 1-2 ਸਾਲ ਨਹੀਂ ਹਟਦੀ, ਇੰਡੀਆ ਲੀਡ ਕਰ ਲਊਗਾ ਨੰਬਰ ਆਫ ਕੇਸਿਸ 'ਚ, ਕਿਉਂਕਿ ਬਹੁਤ ਵੱਡਾ ਦੇਸ਼ ਹੈਗਾ, 1.3 ਬਿਲੀਅਨ ਦੀ ਆਬਾਦੀ ਹੈਗੀ ਹੈ। ਤੀਜੇ ਨੰਬਰ ਤੇ ਬ੍ਰਾਜ਼ੀਲ ਹੈਗਾ, ਲੇਕਿਨ ਬ੍ਰਾਜ਼ੀਲ 'ਚ ਨੰਬਰ ਥੋੜੇ ਜਿਹੇ ਹੁਣ ਸਟੇਬਲਾਈਜ਼ ਹੋਣੇ ਸ਼ੁਰੂ ਹੋ ਗਏ। ਦੂਜੀ ਗੱਲ, ਆਪਾਂ ਕੈਨੇਡਾ 'ਚ ਮੁੜ ਕੇ ਆਈਏ ਤੇ ਸਾਡੇ ਨੰਬਰ 4 ਇੱਕ ਪ੍ਰੋਵਿੰਸ 'ਚ ਤੇ ਬਹੁਤ ਵੱਧ ਰਿਹਾ, ਖਾਸ ਕਰਕੇ ਕਿਊਬੈਕ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ। ਔਰ ਕਿਊਬੈਕ ਦੇ ਜਿਹੜੇ ਚੀਫ ਮੈਡੀਕਲ ਆਫਿਸਰ ਹੈ, ਉਹ ਤਾਂ ਕਹਿੰਦੇ ਵੀ ਕਿਊਬੈਕ ਸੈਕੰਡ ਵੇਵ 'ਚ ਆ ਚੁੱਕਿਆ। ਔਰ ਕੱਲ ਬੋਨੀ ਹੈਨਰੀ ਜੀ ਨੇ ਵੀ BC 'ਚ ਸਾਡੀ ਚੀਫ ਮੈਡੀਕਲ ਆਫਿਸਰ, ਉਹਨਾਂ ਨੇ ਵੀ ਸੰਕੇਤ ਕੀਤਾ ਸੀ ਵੀ ਹੋ ਸਕਦਾ ਅਸੀਂ ਜਿਹੜਾ ਫੇਜ਼ 2 ਆ ਉਹਦੇ ਵਿੱਚ ਦਰਜ ਜਾਂ ਸ਼ਾਮਿਲ ਹੋ ਚੁੱਕੇ ਹੋਵਾਂਗੇ, ਕਿਉਂਕਿ ਨਿਰੰਤਰ ਕੇਸਿਸ ਵੱਧ ਰਹੇ ਆ, ਉਹਦੇ ਨਾਲ ਹਸਪੀਟਲਾਈਜੇਸ਼ਨ ਵੱਧ ਰਹੀ ਹੈ, ICU ਐਡਮਿਸ਼ਨ ਵੱਧ ਰਹੀ ਹੈ, ਔਰ ਡੈਥ ਵੀ ਵੱਧ ਰਹੀ ਹੈ। ਹਾਲਾਂਕਿ ਹੁਣ ਜਿਹੜਾ ਵਾਇਰਸ ਹੈ ਉਹ ਜ਼ਿਆਦਾ ਜਿਹੜਾ ਹੈਗਾ ਸ਼ਿਫਟਡ ਹੈਗਾ ਯੂਥ 'ਚ, 20 to 29 years old,
ਲੇਕਿਨ ਉਹ ਜਦੋਂ ਘਰੇ ਲੈ ਕੇ ਜਾਂਦੇ ਆ ਤੇ ਸਾਰਿਆਂ ਨੂੰ ਇਨਫੈਕਟ ਕਰਦੇ ਆ। ਸੋ ਉਹਦੇ ਨਾਲ ਬਜ਼ੁਰਗ ਵੀ ਇਨਫੈਕਟ ਹੋ ਰਹੇ ਆ, ਬੱਚੇ ਵੀ ਸਾਰੇ ਇਨਫੈਕਟ ਹੋ ਰਹੇ ਆ। ਸੋ ਸਾਵਧਾਨੀ ਸਾਨੂੰ ਵਰਤਣੀ ਪੈਣੀ ਆ। ਜਿਹੜੇ ਅਸੀਂ ਪਹਿਲੋਂ ਕੰਮ ਕਰਦੇ ਸੀ, ਜਿੱਥੇ ਅਸੀਂ BC ਨੂੰ ਲੈਸ ਦੈਨ 10 ਕੇਸਿਸ ਪਰ ਡੇ ਚ ਲੈ ਆਉਂਦਾ ਸੀ, ਸਾਨੂੰ ਦੁਬਾਰਾ ਉੱਥੇ ਜਾਣਾ, ਰੀਵਿਜ਼ਿਟ ਕਰਨਾ ਚਾਹੀਦਾ। ਅਗਰ ਬਹੁਤ ਜ਼ਿਆਦਾ ਜਾਂ ਆਊਟ ਆਫ ਕੰਟਰੋਲ ਹੋ ਜਾਂਦਾ ਜੀ ਤਾਂ ਫਿਰ ਥੋੜੇ ਥੋੜੇ ਏਰੀਆਸ 'ਚ ਲਾਕਡਾਊਨ ਕਰਨਾ ਪੈ ਸਕੇਗਾ, ਡਿਪੈਂਡਿੰਗ ਔਨ ਡਾਕਟਰ ਬੌਨੀ ਹੈਨਰੀ ਕੀ ਸੋਚਦੇ ਆ ਤੇ ਸਮਝਦੇ ਆ। ਜਿਹੜੀ ਵੈਕਸੀਨ ਆ ਉਹ ਨਵੇਂ ਸਾਲ ਤੱਕ ਤਾਂ ਸਾਨੂੰ ਮਿਲਣੀ ਨਹੀਂ। ਹਾਲਾਂਕਿ ਕੈਨੇਡਾ ਨੇ 5 ਜਿਹੜੇ ਮੇਨ ਲੀਡ ਹੈਗੇ ਆ ਅਮਰੀਕਾ 'ਚ ਚੱਲ ਰਹੇ ਫੇਸ 3 ਟ੍ਰਾਇਲ, 5 ਦੇ ਨਾਲ ਸੰਧੀ ਕਰ ਲਈ। ਉਹਨਾਂ ਨੂੰ ਡਾਊਨ ਪੇਮੈਂਟ ਵੀ ਦੇ ਦਿੱਤੇ। 154 ਮਿਲੀਅਨ ਡੋਜ਼ਸ ਵਾਸਤੇ ਕੈਨੇਡਾ ਨੇ ਆਰਡਰ ਦਿੱਤੇ ਹੋਏ ਆ। ਉੜਨੇ ਤੇ ਨਹੀਂ ਹੈ, ਕਈਆਂ ਦੀ ਵੈਕਸੀਨ ਕਾਮਯਾਬ ਹੋਣੀ ਹੈ, ਕਈਆਂ ਦੀ ਨਹੀਂ ਹੋਣੀ। ਹੈਲਥ ਕੈਨੇਡਾ ਨੂੰ ਰਿਵਿਊ ਕਰਨੀ ਆ। ਸੋ ਕੈਨੇਡਾ ਰਾਈਟ ਡਾਇਰੈਕਸ਼ਨ 'ਚ ਜਾ ਰਿਹਾ ਔਰ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਥਰੋਨ ਸਪੀਚ 'ਚ ਵੀ ਕਿਹਾ ਵੀ ਇਹ ਬਹੁਤ ਵੱਡੀ ਪ੍ਰਾਇੋਰਟੀ ਹੈਗੀ ਹੈ ਔਰ ਉਹਦੇ ਨਾਲ ਨਾਲ ਇਸ ਪੈਂਡੇਮਿਕ ਦੇ ਦੌਰਾਨ 1 ਮਿਲੀਅਨ ਨਵੀਆਂ ਨੌਕਰੀਆਂ ਜਾਂ ਜੌਬਾਂ ਵੀ ਕ੍ਰੀਏਟ ਕਰਨ ਦੀ ਉਹਨਾਂ ਦੀ ਇੱਕ ਉਮੀਦ ਹੈ। ਭਾਵੇਂ ਸਰਵ ਜਿਹੜਾ ਹੈਗਾ ਉਹ ਐਂਡ ਆਫ ਦਾ ਮੰਥ ਚਲਾ ਜਾਊਗਾ, ਲੇਕਿਨ ਉਹ ਅਨਐਮਪਲੋਇਮੈਂਟ ਇੰਸ਼ੋਰੈਂਸ 'ਚ ਟ੍ਰਾਂਸਫਰ ਹੋਗਾ ਵੀ ਲੋਕਾਂ ਨੂੰ ਰੋਟੀ ਮਿਲੇ, ਉਹ ਆਪਣੇ ਬਿੱਲ ਬੱਤੀ ਭਰ ਸਕਣ, ਸਿਹਤ ਦਾ ਸੰਭਾਲ ਕਰ ਸਕਣ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਬਿਲਕੁਲ ਡਾਕਟਰ ਪੁਰਜੀ, ਜਿੱਦਾਂ ਹੁਣ ਡਾਕਟਰ ਬੌਨੀ ਹੈਨਰੀ ਦੀ ਅਸੀਂ ਗੱਲ ਕਰ ਰਹੇ ਸੀ, ਉਹ ਲੀਡ ਲੈ ਰਹੇ ਹੈਗੇ ਆ ਡਾਕਟਰਸ ਨੂੰ ਲੈ ਕੇ। ਜਦੋਂ ਅਸੀਂ BC ਦੀ ਗੱਲ ਕਰਦੇ ਹਾਂ ਤਾਂ ਕਰੋਨਾ ਵਾਇਰਸ ਕਾਫੀ ਹੱਦ ਤੱਕ ਜਿਹੜਾ ਘੱਟ ਕਰਨ ਦੇ ਵਿੱਚ ਉਹਨਾਂ ਦਾ ਰੋਲ ਬਹੁਤ ਵਧੀਆ ਰਿਹਾ ਹੈਗਾ ਆ। ਹੁਣ ਸਾਰੇ ਡਾਕਟਰਸ ਹੈਗੇ ਨੇ ਜਿਹੜੇ ਅੱਗੇ ਵੱਧ ਕੇ ਕੰਮ ਕਰ ਰਹੇ ਨੇ, ਫਰੰਟ ਲਾਈਨ ਵਰਕਰਸ ਹੈਗੇ ਨੇ। ਕਈ ਲੋਕ ਇਹਨੂੰ ਕਹਿ ਰਹੇ ਨੇ ਕਿ ਇਹ ਗੌਰਮੈਂਟ ਦੀਆਂ ਸਾਜ਼ਿਸ਼ਾਂ ਹੈਗੀਆਂ ਨੇ, ਕਈ ਲੋਕ ਕਹਿ ਰਹੇ ਨੇ ਕਿ ਚੀਨ ਦੇ ਵੱਲੋਂ ਛੱਡਿਆ ਗਿਆ ਹੈਗਾ ਆ। ਸੋ ਅਜੇ ਤੱਕ ਕੋਈ ਵੀ ਸਾਫ਼ ਨਹੀਂ ਹੋਇਆ ਕਿ ਕਰੋਨਾ ਵਾਇਰਸ ਆਇਆ ਕਿੱਥੋਂ। ਕਈ ਲੋਕ ਫੇਕ ਕਰੋਨਾ ਵਾਇਰਸ ਕਹਿ ਰਹੇ ਨੇ ਕਿ ਹੈ ਹੀ ਨਹੀਂ ਕਰੋਨਾ ਵਾਇਰਸ, ਐਵੇਂ ਫੇਕ ਨਿਊਜ਼ ਹੈਗੀਆਂ ਨੇ। ਇਹਨਾਂ ਖਬਰਾਂ ਦੇ ਚੱਲਦਿਆਂ ਹੁਣ ਜਿਹੜੇ ਸਾਡੇ ਮੈਡੀਕਲ ਆਫੀਸਰ ਆ ਉਹਨਾਂ ਦੇ ਉੱਤੇ ਨਿਸ਼ਾਨਾ ਬੰਨਿਆ ਗਿਆ। ਉਹਨਾਂ ਨੂੰ ਡੈਥ ਥ੍ਰੈਟਸ ਮਿਲ ਰਹੇ ਹੈਗੇ ਨੇ, ਉਹਨਾਂ ਨੂੰ ਈਮੇਲਸ, ਅਬਿਊਜ਼ਿੰਗ ਵਾਲੀਆਂ ਈਮੇਲਸ ਜਿਹੜੀਆਂ ਨੇ, ਲੈਟਰਸ ਨੇ, ਕਾਲਸ ਨੇ, ਉਹ ਕੀਤੀਆਂ ਜਾ ਰਹੀਆਂ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਐਜ਼ ਅ ਡਾਕਟਰ? ਦੇਖੋ, ਪਹਿਲੀ ਗੱਲ ਤਾਂ ਮੈਂ ਬਹੁਤ ਮਾਣ ਹੈ ਔਰ ਸਤਿਕਾਰ ਹੈ ਡਾਕਟਰ ਬੌਨੀ ਹੈਨਰੀ ਜੀ ਦਾ, ਕਿਉਂਕਿ ਉਹਨਾਂ ਨੇ ਸਪੈਸ਼ਲਾਈਜੇਸ਼ਨ ਕੀਤੀ ਹੈ ਟ੍ਰੋਪੀਕਲ ਮੈਡੀਸਨ ਔਰ ਇਨਫੈਕਸ਼ਨ ਡਿਜ਼ੀਜ਼ 'ਚ, ਜਿੱਦਾਂ ਮੇਰੀ ਮੁਹਾਰਤ ਹੈਗੀ ਬੱਚਿਆਂ ਦਾ ਸਪੈਸ਼ਲਿਸਟ। ਪਹਿਲੀ ਗੱਲ ਤਾਂ ਉਹਨਾਂ ਦੀ ਪੱਕੀ ਟ੍ਰੇਨਿੰਗ ਹੈਗੀ। ਦੂਜਾ, ਉਹ ਬਹੁਤ ਅੱਛੇ ਪੈਸੇ ਕਮਾ ਸਕਦੇ ਸੀ ਅਗਰ ਉਹ ਹੋਰ ਇੰਸਟੀਟਿਊਸ਼ਨਸ ਦੇ ਨਾਲ ਕੰਮ ਕਰਦੇ, ਜਿੱਦਾਂ ਵੈਕਸੀਨ ਮੇਕਰਸ ਦੇ ਨਾਲ ਕੰਮ ਕਰਦੇ, ਮਿਲੀਅਨਸ ਆਫ ਡਾਲਰ ਕਮਾ ਸਕਦੇ। ਲੇਕਿਨ ਉਹਨਾਂ ਨੇ ਚੂਜ਼ ਕੀਤਾ ਵੀ ਸੇਵਾ ਪੱਖ ਕਰਨੀ ਆ, ਮੈਂ ਆਪਣਾ ਪ੍ਰੋਮਿਸ ਜਿਹੜਾ ਹੈਗਾ ਉਹਨੂੰ ਦਰੁਸਤ ਰੱਖਣਾ। ਸੋ ਉਹ ਸੈਲਰੀ ਤੇ ਕੰਮ ਕਰ ਰਹੇ ਆ ਔਰ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ ਔਰ ਉਹ ਵਿਜ਼ਨਰੀ ਹੈਗੇ ਆ, ਬਹੁਤ ਅਗਾਂਹ-ਵਧੂ ਪ੍ਰੋਗਰੈਸਿਵ ਅਪਰੋਚ ਹੈਗਾ। ਉਹਨਾਂ ਨੇ SARS ਦੇ ਵਿੱਚ ਵੀ ਹੈਲਪ ਕੀਤੀ ਸੀ, ਜਿਹੜਾ 10 ਸਾਲ ਪਹਿਲਾਂ H1N1 ਪੈਂਡੇਮਿਕ WHO ਨੇ ਡਿਕਲੇਅਰ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਔਰ ਵਰਲਡ ਵਾਈਡ ਉਹਨਾਂ ਕੋਲ ਐਕਸਪੀਰੀਅੰਸ ਹੈਗਾ। ਔਰ ਉਹਨਾਂ ਦੇ ਜਿਹੜੇ ਬਿਰਾਦਰੀ ਹੈ ਡਾਕਟਰਾਂ ਦੀ, ਉਹਨਾਂ ਦੇ ਵਿੱਚ ਉਹਨਾਂ ਦੇ ਸਿਰ ਕੱਢ ਮਤਲਬ ਹੈਗੇ ਨੇ ਔਰ ਉਹਨਾਂ ਨੂੰ ਹਰ ਇੱਕ ਬੰਦਾ ਔਰ ਜਨਾਨੀ ਵੀ ਸਲਾਮ ਕਰਦੇ। ਹੁਣ ਜਿਹੜੀ ਡੈਥ ਥ੍ਰੈਟਸ ਉਹਨਾਂ ਨੂੰ ਆਉਂਦੀਆਂ ਫੋਨ ਤੋਂ, ਈਮੇਲ, ਟੈਕਸਟ ਮੈਸੇਜਿੰਗ, ਉਹਦੇ 2-3 ਰੀਜ਼ਨ ਆ। ਪਹਿਲੇ ਤਾਂ ਜਿਵੇਂ ਵੀ ਇੱਕ ਲੇਡੀ ਜਿਹੜੀ ਹੈਗੀ ਉਹ ਲੀਡ ਕਰ ਰਹੀ ਹੈ ਬਹੁਤ ਵੱਡਾ ਮਿਸ਼ਨ, ਅਜੇ ਵੀ ਸਮਾਜ ਜਿਹੜਾ ਹੈਗਾ ਉਹ ਐਕਸੈਪਟ ਨਹੀਂ ਕਰਦਾ ਇੱਕ ਨਾਰੀ ਨੂੰ ਜਾਂ ਇੱਕ ਔਰਤ ਨੂੰ। ਵਾਹਿਦ ਮੁਰਸ਼ਿਦ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜਨਮੇ ਰਾਜਿਆਂ ਨੂੰ ਵੀ ਜਨਮ ਦੇਣ ਵਾਲੀ ਮਾਂ ਹੁੰਦੀ ਆ। ਸੋ 49% ਹੱਕ ਨਹੀਂ ਦਿੱਤਾ, 50% ਹੱਕ ਦਿੱਤਾ, 50-50, ਬੰਦੇ ਨੂੰ ਵੀ 50, ਜਨਾਨੀ ਨੂੰ ਵੀ 50। ਔਰ ਉਹਨੂੰ ਸਾਰੇ ਹੀ ਜਿਹੜੇ ਹੈਗੀਆਂ ਜੋ ਬੰਦੇ ਨੂੰ ਰਾਈਟਸ ਹੈ ਉਹੀ ਜਨਾਨੀ ਨੂੰ ਰਾਈਟਸ ਮਹਾਰਾਜ ਨੇ ਬਖਸ਼ੀਆਂ ਸਿੱਖੀਜ਼ਮ ਦੇ ਵਿੱਚ। ਦੂਜੀ ਹੁੰਦੀ ਆ ਵੀ ਜਿਵੇਂ ਕਈ ਐਲੀਮੈਂਟ ਸੋਸਾਇਟੀ ਦੇ ਵਿੱਚ ਹੁੰਦੇ ਆ, ਉਹ ਟਰਬਲ ਮੇਕਿੰਗ ਐਲੀਮੈਂਟਸ ਹੁੰਦੇ ਆ, ਉਹਨਾਂ ਨੇ ਕਰਨਾ। ਤੀਜਾ, ਜਿਹੜੀ ਨਾ ਲੋਕਾਂ ਦੀ ਮਾਨਸਿਕਤਾ ਉਹ ਵੀ ਥੋੜੀ ਵਿਗੜੀ ਹੋਈ ਹੈ, ਕਿਉਂਕਿ 46% ਜਿਹੜੇ ਕੈਨੇਡੀਅਨ ਉਹਨਾਂ ਨੇ ਐਂਜ਼ਾਈਟੀ, ਡਿਪਰੈਸ਼ਨ, ਸਟ੍ਰੈਸ ਰਿਪੋਰਟ ਕੀਤਾ ਤੇ ਈਜ਼ੀ ਟਾਰਗੇਟ ਉਹੀ ਹੋ ਜਾਂਦਾ ਜਿਹੜਾ ਨਿਊਜ਼ 'ਚ ਰੋਜ਼ ਹੁੰਦਾ ਵੀ ਉਹਨੂੰ ਮੈਂ 2-4 ਗਾਲਾਂ ਕੱਢ ਲਵਾਂ, ਹੈ ਨਾ, ਕਿਉਂਕਿ ਮੈਨੂੰ ਲਾਕਡਾਊਨ ਕਿਉਂ ਹੋਇਆ, ਮੇਰਾ ਜੌਬ ਜਿਹੜਾ ਹੈਗਾ ਹੁਣ ਉਹ ਕਿਉਂ ਥ੍ਰੈਡ ਦੇ ਉੱਤੇ ਖਲੋਤਾ, ਜਾਂ ਮੇਰੀ ਜਿਹੜੀ ਅਰਨਿੰਗਸ ਹੈ ਉਹ ਕਿਉਂ ਘਟੀ ਹੈ। ਸੋ ਲੋਕੀ ਗੁੱਸਾ ਕਿਸੇ ਹੋਰ ਦੇ ਉੱਤੇ ਕੱਢਦੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਡਾਕਟਰ ਬੌਨੀ ਹੈਨਰੀ ਜੋ ਕਹਿੰਦੇ ਆ ਬਿਲਕੁਲ ਨਾਪ ਤੋਲ ਕੇ, ਵਜਨ ਦੇ ਨਾਲ ਔਰ ਸਾਇੰਟੀਫਿਕ ਨੌਲੇਜ ਦੇ ਨਾਲ ਕਹਿੰਦੇ ਆ। ਉਹ ਆਪਣੇ ਵੱਲੋਂ ਸਟੋਰੀਆਂ ਬਣਾ ਕੇ ਨਹੀਂ ਕਹਿੰਦੇ, ਜਿੱਦਾਂ ਕਈ ਵਾਰ ਸਾਡੇ ਸਾਊਥ ਦੇ ਜਿਹੜੇ ਪ੍ਰੈਜ਼ੀਡੈਂਟ ਸਾਹਿਬ, ਟਰੰਪ ਸਾਹਿਬ, ਉਹ ਕਈ ਏਦਾਂ ਹੀ ਸ਼ੁਰਲੀਆਂ ਛੱਡ ਦਿੰਦੇ ਹਨਾ। ਸੋ ਇਹੋ ਜਿਹੀ ਕੋਈ ਨਹੀਂ ਹੁੰਦੀ, ਉਹਨਾਂ ਦਾ ਸਾਇੰਟੀਫਿਕ ਬੇਸਿਸ ਹੁੰਦਾ। ਦੂਜਾ, ਸਮਾਜ ਨੂੰ ਹੋਰ ਵਿਕਸਿਤ ਹੋਣਾ ਪਊਗਾ ਔਰ ਸਾਨੂੰ ਐਸ ਅ ਫੀਮੇਲ ਹੈਡ ਜਿਹੜੀ ਹੈਗੀ ਆ ਐਕਸੈਪਟ ਕਰਨਾ ਪਏਗਾ। ਕਿਮ ਕੈਂਪਬਲ ਬਹੁਤ ਥੋੜੇ ਟਾਈਮ ਵਾਸਤੇ ਪ੍ਰਾਈਮ ਮਿਨਿਸਟਰ ਰਹੇ ਸੀ, ਨਵਾਂ ਆਇਆ ਸੀ ਉਹਦੇ ਬ੍ਰਾਇਨ ਮੁਲਰਨੀ ਤੋਂ ਬਾਅਦ, ਬਟ ਇੱਕੋ ਹੀ ਨਾਰੀ ਜਿਹੜੀ ਹੈਗੀ ਉਹ ਪ੍ਰਾਈਮ ਮਿਨਿਸਟਰ ਰਹੀ, ਉਹ ਵੀ ਕੁਝ ਮਹੀਨੇ ਤੱਕ ਰਹੀ ਸੀ। ਫਿਰ ਉਸ ਤੋਂ ਬਾਅਦ
ਜੌਨ ਕ੍ਰਿਸਚੀਅਨ ਦੀ ਲਿਬਰਲ ਪਾਰਟੀ ਨੇ 1991 ਤੋਂ ਇਹ ਸ਼ੁਰੂਆਤ ਕੀਤੀ ਸੀ। ਜੀ ਸੋ ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਰਿਸਪੈਕਟ ਦੇ ਤੌਰ ਤੇ ਆਦਰ, ਸਨਮਾਨ ਔਰ ਸਭ्य ਰਹਿਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਹੁਣ ਨਾਲ ਕੋਵਿਡ ਚੱਲ ਰਿਹਾ ਹੈਗਾ, ਨਾਲ ਹੁਣ ਅਸੀਂ ਦੇਖਿਆ ਕਿ ਕੁਝ ਦਿਨਾਂ ਤੋਂ ਰੇਨੀ ਸੀਜ਼ਨ ਦੇ ਵਿੱਚ, ਅਸੀਂ ਫਾਲ ਸੀਜ਼ਨ ਦੇ ਵਿੱਚ ਜਾ ਰਹੇ ਹੈਗੇ ਆ। ਅਗਲੇ ਮਹੀਨੇ ਤੱਕ ਤਾਂ ਸਾਨੂੰ ਇਹ ਵੀ ਹੋ ਜਾਣਾ ਕਿ ਟਾਈਮ ਚੇਂਜ ਹੋ ਜਾਣੇ ਆ ਤੇ ਸਾਨੂੰ ਛੇਤੀ ਸੌਣ ਦੀ ਆਦਤ ਪਾਉਣੀ ਪੈਣੀ ਹੈ, ਕਿਉਂਕਿ ਦਿਨ ਛੇਤੀ ਚੜ ਜਾਇਆ ਕਰਨਾ ਹੈ, ਛੇਤੀ ਜਿਹੜੀ ਹੈਗੀ ਹੈ ਸ਼ਾਮ ਹੋ ਜਾਇਆ ਕਰਨੀ ਹੈਗੀ ਹੈ। ਹੁਣ ਇਸ ਵਿਚਕਾਰ ਅਸੀਂ ਇੱਕ ਪੈਂਡੈਮਿਕ 'ਚ ਰਹਿ ਰਹੇ ਹਾਂ। ਇੱਕ ਸਾਨੂੰ ਉੱਦਾਂ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਅਸੀਂ ਫਲੂ ਸੀਜ਼ਨ ਦੇ ਵਿੱਚ ਜਾ ਰਹੇ ਹੈਗੇ ਆ, ਰੇਨੀ ਸੀਜ਼ਨ ਦੇ ਵਿੱਚ। ਰੇਨੀ ਸੀਜ਼ਨ ਦੇ ਵਿੱਚ ਪਹਿਲਾਂ ਸਾਨੂੰ ਇਹ ਐਕਸਪਲੇਨ ਕਰੋ ਕਿ ਇੰਨਾ ਸਾਨੂੰ ਕਿਉਂ ਲੱਗਦਾ ਹੈਗਾ ਕਿ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ, ਜਾਂ ਅਸੀਂ ਡਲ ਕਿਉਂ ਮਹਿਸੂਸ ਕਰਦੇ ਹਾਂ? ਪਹਿਲੀ ਗੱਲ ਤੇ ਦੇਖੋ, ਹੁਣ ਅੱਜ ਬੱਦਲਵਾਈ ਆ, ਮੀਂਹ ਪੈ ਰਿਹਾ, ਸੂਰਜ ਨਹੀਂ ਹੈਗਾ। ਸੋ ਸੂਰਜ ਜਿਹੜਾ ਹੈਗਾ ਸਾਨੂੰ ਊਰਜਾ ਦਿੰਦਾ, ਸਾਡੇ ਸਰੀਰ ਨੂੰ ਠੀਕ ਰੱਖਦਾ ਔਰ ਸਾਡੇ ਮਨ ਨੂੰ ਵੀ ਠੀਕ ਰੱਖਦਾ। ਤਾਂ ਖੁਸ਼ੀ ਦਾ ਸਰੋਤ ਤਾਂ ਉਹੀ ਆ, ਸੂਰਜ ਹੈਗਾ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਇਹ ਜਿਹੜੇ ਰੁੱਤ ਹੈ ਇਹਨਾਂ ਨੇ ਆਪਣੇ ਆਪਣੇ ਟਾਈਮਿੰਗ ਦੇ ਨਾਲ ਆਉਣਾ ਔਰ ਚਲੇ ਜਾਣਾ। ਲੇਕਿਨ ਦੂਜੀ ਗੱਲ ਹੈਗੀ ਹੈ ਵੀ ਜਿਵੇਂ ਇੱਥੇ ਮੀਂਹ ਬਹੁਤ ਪੈਂਦਾ, ਕਿਉਂਕਿ ਅਸੀਂ ਹੈ ਤੇ ਵੈਨਕੂਵਰ, ਲੇਕਿਨ ਕਈ ਵਾਰ ਹਾਸੇ 'ਚ ਅਸੀਂ ਰੇਨਕੂਵਰ ਵੀ ਉਹਨਾਂ ਬਿਲਕੁਲ। ਔਰ 365 ਦਿਨਾਂ ਦੇ ਵਿੱਚੋਂ ਕਰੀਬਨ 250 ਦਿਨ ਇੱਥੇ ਮੀਂਹ ਪੈਂਦਾ ਰਹਿੰਦਾ, ਕਿਉਂਕਿ ਇਹ ਟ੍ਰੋਪੀਕਲ ਕੰਟਰੀ ਨਹੀਂ ਹੈ, ਟੈਂਪਰੇਟ ਕੰਟਰੀ ਆ। ਵੀ ਟ੍ਰੋਪੀਕਲ ਕੰਟਰੀ ਜਿੱਥੋਂ ਮੈਂ ਆਉਂਦਾ, ਬੰਬੇ, ਜਿੱਥੇ 3-4 ਮਹੀਨੇ ਮੀਂਹ ਪਿਆ ਫਿਰ ਪੈਣਾ ਹੀ ਨਹੀਂ ਹੈ ਨਾ, 9 ਮਹੀਨੇ ਇੱਥੇ ਕਦੋਂ ਵੀ ਪੈ ਸਕਦਾ। ਦੂਜੀ ਗੱਲ ਹੈ ਵੀ ਮੀਂਹ ਇਸ ਲਈ ਪੈਂਦਾ ਕਿਉਂਕਿ ਅਸੀਂ ਪੈਸੀਫਿਕ ਓਸ਼ਨ ਦੇ ਲੱਗੇ ਆ, ਤਾਂ ਉਹ ਜਿਹੜੀ ਪੈਸੀਫਿਕ ਓਸ਼ਨ ਦੀ ਜਿਹੜੀ ਹਵਾ ਦੀ ਗਰਮੀ ਆ, ਉਹ ਸਨੋ ਨੂੰ ਵੀ ਮੀਂਹ 'ਚ ਲੈ ਆਉਂਦੀ ਹੈ, ਇਸ ਲਈ ਸਾਡੇ ਇੱਥੇ ਸਨੋ ਬਹੁਤ ਘੱਟ ਪੈਂਦੀ ਹੈ। ਦੂਜੀ ਗੱਲ ਇਹ ਹੈਗੀ ਆ ਵੀ ਇਹਦੇ ਵਿੱਚ ਜਿਵੇਂ ਵੀ ਖੰਘ, ਰੇਸ਼ਾ, ਜ਼ੁਕਾਮ, ਉਹ ਤਾਂ ਹੈਗੇ ਬੋਡੀ ਏਲਮੈਂਟਸ, ਬਟ ਜਿਹੜੇ ਬਜ਼ੁਰਗ ਹੈਗੇ ਆ, ਬਾਹਰ ਤੁਰਦੇ ਫਿਰਦੇ ਆ, ਉਹ ਡਿੱਗਦੇ ਆ, ਸਲਿਪ ਹੁੰਦੇ ਆ, ਉਹਨਾਂ ਨੂੰ ਹਿਪਸ, ਨੀ, ਹੱਥ ਦੇ ਫ੍ਰੈਕਚਰ, ਇੰਜਰੀਜ਼ ਬਹੁਤ ਜ਼ਿਆਦਾ ਅਸੀਂ ਦੇਖਦੇ ਹਾਂ, ਕਿਉਂਕਿ ਸੋਟੀ ਤੇ ਲੱਗ ਗਈ ਜਾਂ ਵਾਕਰ ਜਿਹੜੇ ਲੈ ਕੇ ਜਾ ਰਹੇ ਉਹ ਸਲਿਪ ਹੋ ਗਿਆ, ਬਾਹਰ ਅਗਰ ਪਾਣੀ 'ਚ ਲੈ ਕੇ ਜਾ ਰਹੇ, ਸੋ ਇੰਜਰੀਜ਼ ਦਾ ਚਾਂਸਸ ਹੋਣਾ ਵੱਧ ਜਾਂਦਾ। ਤੀਜੀ ਗੱਲ ਹੈਗੀ ਆ ਵੀ ਇਹਦੇ ਵਿੱਚ ਫਲੂ ਸੀਜ਼ਨ ਜਿਹੜਾ ਹੈਗਾ ਉਹ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ। ਹੁਣ ਟ੍ਰੈਡੀਸ਼ਨਲੀ ਹੁਣ ਬੱਚੇ 2 ਹਫ਼ਤੇ ਪਹਿਲੋਂ ਗਏ ਆ, 2-3 ਹਫ਼ਤੇ ਬਾਅਦ ਮਿਕਸ ਹੁੰਦੇ ਸੀ ਪਹਿਲਾਂ, ਤਾਂ ਫਲੂ ਸੀਜ਼ਨ ਹੁਣ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਸੀ। ਲੇਕਿਨ ਇਸ ਵਾਰੀ ਕਿਉਂਕਿ ਫਿਜ਼ੀਕਲ ਡਿਸਟੈਂਸ ਆ, ਬਹੁਤ ਸਾਰੇ ਬੱਚੇ ਮਾਸਕ ਪਾ ਰਹੇ ਆ, ਹੈਂਡ ਵਾਸ਼ਿੰਗ ਕਰ ਰਹੇ ਆ, ਤਾਂ ਇਨਫਲੂਐਂਜ਼ਾ ਨੂੰ ਵੀ ਉਹ ਪ੍ਰੀਵੈਂਟ ਕਰ ਰਹੇ ਆ, ਉਹੀ ਚੀਜ਼ਾਂ। ਉਹ ਫਲੂ ਜਿਹੜਾ ਰੈਗੂਲਰ ਵਾਇਰਸ ਹੁੰਦਾ, ਹਰ ਸਾਲ ਹੁੰਦਾ ਜਿਹੜਾ, ਸੋ ਫਲੂ ਸੀਜ਼ਨ ਵੀ ਸਟਾਰਟ ਹੋਊਗਾ। ਫਲੂ ਦੇ ਲਈ ਫਲੂ ਦੇ ਟੀਕੇ ਇਸ ਸਾਲ ਬਹੁਤ ਜ਼ਰੂਰੀ ਹੈ, ਔਰ ਬੱਚਿਆਂ ਨੂੰ 6 ਮਹੀਨੇ ਤੋਂ ਵੱਧ ਔਰ ਬਜ਼ੁਰਗੀ ਤੱਕ ਸਾਰਿਆਂ ਨੂੰ ਲਾਉਣੇ ਚਾਹੀਦੇ, ਖਾਸ ਕਰਕੇ ਜਿਨ੍ਹਾਂ ਨੂੰ ਐਜ਼ਮਾ ਹੈ, ਜਿਨ੍ਹਾਂ ਨੂੰ ਕ੍ਰੋਨਿਕ ਲੰਗ ਪ੍ਰੋਬਲਮ, ਹਾਰਟ ਪ੍ਰੋਬਲਮ ਹੈ, ਡਾਇਬਟੀਜ਼ ਹੈ, ਕਿਡਨੀ ਪ੍ਰੋਬਲਮ ਹੈ, ਮੋਟਾਪਾ ਹੈ, ਪ੍ਰੈਗਨੈਂਟ ਹੈ ਵੂਮਨ, ਜਾਂ ਜਿਹੜੇ 6 ਮਹੀਨੇ ਤੋਂ 5 ਸਾਲ ਦੇ ਬੱਚੇ ਆ, ਜਾਂ 60 ਸਾਲ ਤੋਂ ਉੱਤੇ ਜਿਹੜੇ ਹੈਗੇ ਆ, ਕਿਉਂਕਿ ਉਹਨਾਂ ਦੇ ਜਿਹੜਾ ਫਲੂ ਦਾ ਰਿਸਕ ਹੈ ਬਹੁਤ ਜ਼ਿਆਦਾ ਵੱਧ ਜਾਂਦਾ। ਡਾਕਟਰ ਬੋਨੀ ਹੈਨਰੀ ਨੇ ਵੀ 2 ਮਿਲੀਅਨ ਡੋਸਿਸ ਇਸ ਸਾਲ ਮੰਗਵਾਏ ਆ, ਪਿਛਲੇ 1.4 ਮਿਲੀਅਨ ਡੋਸਿਸ ਲੱਗੇ ਸੀ BC ਦੇ ਵਿੱਚ, ਔਰ BC ਦੀ ਜਿਹੜਾ ਆਵਾਮ ਹੈ 40-50% ਲਾਉਂਦਾ, ਸਾਰੇ ਲਾਉਂਦੇ ਨਹੀਂ ਆ, ਲੇਕਿਨ ਇਸ ਸਾਲ ਆਪਾਂ ਲਾਈਏ ਐਟਲੀਸਟ। ਜਿਸ ਚੀਜ਼ ਦਾ ਹੁਣ ਅਸੀਂ ਰੋਜ਼ ਕੋਵਿਡ ਦੀ ਵੈਕਸੀਨ ਦੀ ਗੱਲ ਕਰਦੇ, ਬਟ ਜਿਸ ਚੀਜ਼ ਦੀ ਵੈਕਸੀਨ ਬਣੀ ਹੋਈ ਆ ਉਹ ਤਾਂ ਯੂਜ਼ ਕਰੀਏ। ਫਲੂ ਦੀ ਵੈਕਸੀਨ ਬਣੀ ਹੋਈ ਆ, ਸੋ ਆਸਟ੍ਰੇਲੀਆ 'ਚ 90% ਲੈਸ ਫਲੂ ਹੋਇਆ, 90% ਲੈਸ ਐਡਮਿਸ਼ਨ ਹੋਈਆਂ, 90% ਲੈਸ ਘੱਟ ਡੈਥ ਹੋਈਆਂ ਫਲੂ ਤੋਂ, ਕਿਉਂਕਿ 80% ਤੋਂ ਜ਼ਿਆਦਾ ਲੋਕਾਂ ਨੇ ਉੱਥੇ ਫਲੂ ਦਾ ਟੀਕਾ ਲਾਇਆ। ਸੋ ਅਸੀਂ ਵੀ ਉਸ ਮੁਹਿੰਮ ਦੇ ਵਿੱਚ ਦਾਖਲ ਹੋਈਏ। ਜਿਵੇਂ ਅਸੀਂ ਹੁਣ ਫਲੂ ਸੀਜ਼ਨ ਦੀ, ਮੌਨਸੂਨ ਦੀ ਗੱਲ ਕਰ ਰਹੇ ਹਾਂ, ਕਈ ਲੋਕਾਂ ਨੂੰ ਆਲਰੇਡੀ ਬਿਮਾਰੀਆਂ ਹੈਗੀਆਂ ਨੇ, ਉਹਨਾਂ ਦੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਵਰਸਟ ਹੋ ਸਕਦੀਆਂ ਨੇ ਇਸ ਸੀਜ਼ਨ ਦੇ ਵਿੱਚ। ਖਾਸ ਕਰਕੇ ਜਿਹੜੇ ਰੈਸਪੀਰੇਟਰੀ ਏਲਮੈਂਟਸ ਹੈਗੇ ਆ ਉਹ ਜ਼ਿਆਦਾ ਹੁੰਦੇ ਆ, ਜਿਵੇਂ ਨੋਜ਼ ਦੇ, ਲੰਗਸ ਦੇ, ਬਰੀਥਿੰਗ ਦੇ, ਐਸਮਾ ਦੇ, ਬ੍ਰੋਂਕਾਈਟਿਸ ਦੇ, ਕ੍ਰੋਨਿਕ ਆਬਸਟਰਕਟਿਡ ਪਲਮੋਨਰੀ ਡਿਜ਼ੀਜ਼ ਜਿਹਨੂੰ COPD ਕਹਿੰਦੇ। ਬਾਕੀ ਕਈ ਜਿਹੜੇ ਬਜ਼ੁਰਗ ਆ ਉਹ ਮੈਨੂੰ ਕਹਿੰਦੇ ਆ ਸਾਡੇ ਗੋਡੇ ਹੁਣ ਜ਼ਿਆਦਾ ਦੁਖਣ ਲੱਗ ਪਏ, ਠੰਡ ਸ਼ੁਰੂ ਹੋਈ ਤਾਂ, ਸੋ ਇਸ ਲਈ ਉਹ ਹਲਦੀ, ਸੁੰਡ ਤੇ ਹੋਰ ਅਦਰਕ ਵਗੈਰਾ, ਕਿਉਂਕਿ ਉਹ ਸਾਰੇ ਐਂਟੀ ਇਨਫਲੇਮੇਟਰੀ ਹੈਗੇ ਆ। ਜਾਂ ਫਿਰ ਤੁਸੀਂ ਦੇਖੋ ਹੁਣ ਤਾਂ ਚਲੋ ਸਾਡੀ ਟਰੈਵਲ ਰਿਸਟ੍ਰਿਕਸ਼ਨਸ, ਅਸੀਂ ਨਹੀਂ ਕਹਿੰਦੇ ਬਾਹਰ ਜਾਓ, ਕਾਫੀ ਲੋਕੀ ਇਸ ਸੀਜ਼ਨ 'ਚ ਹਵਾਈ, ਮੈਕਸੀਕੋ, ਫਲੋਰੀਡਾ ਚਲੇ ਜਾਂਦੇ ਸੀ, ਇੱਥੇ ਧੁੱਪ ਹੁੰਦੀ ਆ। ਸੋ ਧੁੱਪ ਹੈਗਾ ਉਹਦਾ ਸਾਡੀ ਸਾਈਕੀ ਦੇ ਨਾਲ, ਸਾਡੇ ਮਨ ਦੇ ਨਾਲ, ਵਿਟਾਮਿਨ D ਦੇ ਨਾਲ, ਸਾਡੇ ਇਨਫਲੇਮੇਸ਼ਨ ਦੇ ਨਾਲ ਪੂਰਾ ਡਾਇਰੈਕਟ ਸੰਬੰਧ ਹੈਗਾ। ਜੀ, ਪ੍ਰੀਕਾਸ਼ਨਸ ਦੀ ਜੇ ਗੱਲ ਕਰੀਏ, ਸਾਨੂੰ ਕਿਹੜੇ ਵਰਤਣੇ ਚਾਹੀਦੇ ਹੈਗੇ ਨੇ ਫਲੂ ਸੀਜ਼ਨ ਦੇ ਦੌਰਾਨ, ਜਦੋਂ ਅਸੀਂ ਹੁਣ ਵਾਇਰਸ ਦਾ ਵੀ ਦੇਖ ਰਹੇ ਹੈਗੇ ਆ, ਆਪਣੇ ਆਪ ਨੂੰ ਪ੍ਰੋਪਰਲੀ ਤੌਰ ਦੇ ਉੱਤੇ ਹਾਈਜੀਨਿਕ ਰੱਖਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ, ਪਰ ਫਲੂ ਤੋਂ ਬਚਣ ਲਈ ਮੌਨਸੂਨ ਸੀਜ਼ਨ ਦੇ ਵਿੱਚ ਜਿਹੜੇ ਹੋਰ ਸਾਨੂੰ ਬਿਮਾਰੀਆਂ ਨਾ ਲੱਗਣ, ਕਿਹੜੇ ਪ੍ਰੀਕਾਸ਼ਨ ਸਾਨੂੰ ਹੋਰ ਵਰਤਣੇ ਚਾਹੀਦੇ ਨੇ? ਦੇਖੋ ਇਸ ਸਾਲ ਜਿਹੜਾ ਫਲੂ ਸ਼ਾਟ ਹੈ ਬੜਾ ਇਫੈਕਟਿਵ ਰਿਹਾ ਆਸਟ੍ਰੇਲੀਆ 'ਚ, ਹੈ ਨਾ, 90% ਘੱਟ ਹੋਇਆ। H3
N2 ਜਿਹੜਾ ਵਾਇਰਸ ਉੱਥੇ ਸਰਕੂਲੇਟ ਹੋਇਆ ਉਹੀ ਇੱਥੇ ਹੋਣਾ, ਕਿਉਂਕਿ ਅਸੀਂ ਹਮੇਸ਼ਾ ਆਸਟ੍ਰੇਲੀਆ ਨੂੰ ਫੋਲੋ ਕਰਦੇ ਹਾਂ। ਤੇ ਇਹਦੇ ਵਿੱਚ 4 ਇਨਫਲੂਐਂਜ਼ਾ A ਵਾਇਰਸ ਦੇ ਜਿਹੜੇ ਹੈਗੇ ਐਂਟੀਜਨ ਪਾਏ ਹੋਏ ਆ, ਔਰ ਫਲੂ ਸ਼ਾਟ ਜਿਹੜਾ ਹੈਗਾ ਤੁਹਾਨੂੰ ਐਟਲੀਸਟ ਇਨਫਲੂਐਂਜ਼ਾ ਤੋਂ ਤੇ ਬਚਾਊਗਾ। ਅਗਰ ਆਪਾਂ ਕਹੀਏ ਵੀ ਜਿਹੜੇ ਪੈਰਾਮੀਟਰਸ ਹੁੰਦੇ ਆ ਲੰਬੀਰੀ ਜ਼ਿੰਦਗੀ ਦੇ 90 ਸਾਲ ਤੋਂ ਉੱਤੇ ਦੇ, ਉਹਦੇ ਚ 10 ਪੈਮਾਨੇ ਲਈਏ ਤੇ ਨੰਬਰ 9 ਤੇ ਆਉਂਦਾ weight, ਨੰਬਰ 10 ਚ ਆਉਂਦਾ ਬਲੱਡ ਪ੍ਰੈਸ਼ਰ, ਫਿਰ 8 ਚ ਡਾਇਬਟੀਜ਼, ਨੰਬਰ 4 ਚ ਆਉਂਦਾ ਫਲੂ ਸ਼ਾਟ, ਵੀ ਤੁਸੀਂ ਫਲੂ ਸ਼ਾਟ ਲਵਾਇਆ ਕਿ ਨਹੀਂ ਲਵਾਇਆ। ਫਿਰ ਨੰਬਰ 1 ਚ ਆਉਂਦਾ ਤੁਹਾਡਾ ਸੋਸ਼ਲ ਇੰਟੀਗ੍ਰੇਸ਼ਨ, ਤੁਸੀਂ ਕਮਿਊਨਿਟੀ ਚ ਕਿੰਨੇ ਇੰਟੀਗ੍ਰੇਟਡ ਹੈ। ਜਿਹੜਾ ਪੋਸਟਮੈਨ ਜਾਂ ਵੂਮਨ ਆਈ ਉਹਨੂੰ ਹੈਲੋ ਕੀਤਾ ਕਿ ਨਹੀਂ ਕੀਤਾ, ਤੁਹਾਡੇ ਰੋਡ ਤੋਂ ਕੋਈ ਲੰਘ ਰਿਹਾ ਡੌਗ ਲੈ ਕੇ ਉਹਨੂੰ ਵੇਵ ਕੀਤਾ ਕਿ ਨਹੀਂ ਕੀਤਾ, ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨੰਬਰ 1 ਤੇ ਆਉਂਦੀਆਂ। ਇਸ ਲਈ ਫਲੂ ਸ਼ਾਟ ਵੈਰੀ ਇੰਪੋਰਟੈਂਟ। ਦੂਜਾ ਜਿਹੜਾ ਕੋਵਿਡ ਆ ਔਰ ਇਨਫਲੂਐਂਜ਼ਾ, ਇਹ ਦੋਵੇਂ ਪ੍ਰੀਡੋਮੀਨੈਂਟਲੀ ਰੈਸਪੀਰੇਟਰੀ ਵਾਇਰਸ ਹੈਗੇ ਆ। ਸੋ ਫਿਜ਼ੀਕਲ ਡਿਸਟੈਂਸ, ਹੈਂਡ ਹਾਈਜੀਨ, ਇਹਦੇ ਨਾਲ ਵੀ ਪ੍ਰੋਟੈਕਸ਼ਨ ਮਿਲ ਸਕਦੀ ਆ। ਔਰ ਅਗਰ ਸਾਨੂੰ ਸਿੰਪਟਮਸ ਹੈਗੇ ਫਲੂ ਦੇ ਤੇ ਕੁਝ ਦਿਨ ਅਸੀਂ ਕੰਮ ਤੇ ਨਾ ਜਾਈਏ, ਸਕੂਲੇ ਨਾ ਜਾਈਏ ਜਾਂ ਯੂਨੀਵਰਸਿਟੀ ਜਾਂਦੇ ਨਾ, ਆਲਰੇਡੀ ਯੂਨੀਵਰਸਿਟੀ ਤਾਂ ਬੰਦ ਹੈ, ਆਨਲਾਈਨ ਕੋਰਸਿਸ ਚੱਲ ਰਹੇ। ਸੋ ਇਹ ਸਾਰੀਆਂ ਸਾਨੂੰ ਚੇਤਾਵਨੀਆਂ ਵਰਤਣੀਆਂ ਪੈਣੀਆਂ। ਇਨਫਲੂਐਂਜ਼ਾ ਵੀ ਹੈਗਾ, ਉਹਦੇ ਪ੍ਰਤੀ ਕੋਈ ਠੋਸ ਮੈਡੀਸਿਨ ਨਹੀਂ ਹੈਗੀ, ਤੇ ਕੋਵਿਡ ਵੀ ਵਾਇਰਸ ਹੈ, ਇਹਦੇ ਪ੍ਰਤੀ ਵੀ ਕੋਈ ਠੋਸ ਮੈਡੀਸਿਨ ਨਹੀਂ ਹੈਗੀ। ਜਿਹੜੇ ਇਹਦੇ ਕੰਪਲਿਕੇਸ਼ਨਸ ਹੁੰਦੇ ਉਸ ਤੋਂ ਆਪਾਂ ਥੋੜਾ ਬਹੁਤ ਟ੍ਰੀਟ ਕਰ ਸਕਦੇ ਹਾਂ। ਜਿੱਦਾਂ ਕੋਵਿਡ ਦੀ ਆਪਾਂ ਡੈਕਸਾਮੈਥਾਸੋਨ ਦੀ ਕੀਤੀ ਸੀ, ਜਿਹੜੇ ਆਈਸੀਯੂ ਚ ਹੈਗੇ ਆ, ਵੀ ਉਹਨਾਂ ਦਾ ਇਨਫਲੇਮੇਸ਼ਨ ਘਟੂਗਾ। ਅਗਰ ਵੀਜ਼ਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਪੰਪ ਦੇਣੇ ਪੈਣਗੇ। ਸੇਮ ਕੋਵਿਡ ਦਾ, ਸੇਮ ਇਨਫਲੂਐਂਜ਼ਾ ਦਾ। ਸਾਈਨਸ ਦੀ ਪ੍ਰੋਬਲਮ ਵੀ ਡਾਕਟਰ ਸਾਹਿਬ ਬਹੁਤ ਵੱਧ ਜਾਂਦੀ ਹੈ ਜਦੋਂ ਅਸੀਂ ਰੇਨੀ ਸੀਜ਼ਨ ਦੀ, ਜਦੋਂ ਅਸੀਂ ਗਰਮੀਆਂ ਦੀ ਗੱਲ, ਸਰਦੀਆਂ ਦੀ ਗੱਲ ਕਰੀਏ ਕਿ ਅਸੀਂ ਸਰਦੀਆਂ ਆ ਗਈਆਂ ਨੇ, ਸਾਈਨਸ ਕਿਉਂ ਇੰਨਾ ਵੱਧ ਜਾਂਦਾ? ਦੇਖੋ ਸਾਡੇ ਨਾ ਕਰੀਬਨ 8 ਸਾਈਨਸਿਸ ਹੈਗੇ ਆ। ਉਹਦੇ ਚ ਹੈਗੇ ਮੈਕਸਿਲਰੀ, ਜਿਹੜੇ ਗੱਲਾਂ ਚ ਹੈਗੇ ਆ, ਜਿਹੜੇ ਫਰੰਟਲ ਹੈਗੇ, ਜਿਹੜੇ ਸਾਡੇ ਆਈਬ੍ਰੋਸ ਤੋਂ ਉੱਤੇ ਹੈਗੇ, ਸਾਡੀ ਅੱਖਾਂ ਦੇ ਉੱਤੇ ਪਲੇਟ ਬੈਠੀ ਆ ਉਹਨੂੰ ਅਸੀਂ ਇਥਮੋਇਡਲ ਕਹਿੰਦੇ, ਔਰ ਨੱਕ ਦੇ ਪਿੱਛੇ ਉਹਨੂੰ ਕਹਿੰਦੇ ਸਪਿਨੋਇਡਲ। ਸੋ ਮੈਕਸਿਲਰੀ, ਫਰੰਟਲ, ਇਥਮੋਇਡਲ ਤੇ ਸਪਿਨੋਇਡਲ। ਤੇ ਇਹਦੇ ਵਿੱਚ ਨਾ ਫਲੂਇਡ ਥੋੜਾ, ਇਹ ਹੌਲ ਹੱਡੀਆਂ ਹੁੰਦੀਆਂ, ਹੱਡੀ ਫੇਸ ਦੀ ਸਾਰੀ ਸੋਲਿਡ ਨਹੀਂ ਹੈਗੀ। ਰੱਬ ਨੇ ਦੇਖੋ ਸਟਰਕਚਰ ਏਦਾਂ ਬਣਾਇਆ ਵੀ ਤੁਹਾਡਾ weight ਇੱਕਦਮ ਲਾਈਟ ਰਹੇ ਲੇਕਿਨ ਡਿਊਰੇਬਲ ਰਹੇ। ਸੋ ਉਹਦੇ ਵਿੱਚ 에ਅਰ ਹੁੰਦੀ ਹੈ, ਮਾੜਾ ਜਿਹਾ ਫਲੂਇਡ ਸੈਕ੍ਰੀਟ ਹੁੰਦਾ, ਔਰ ਉਹ ਸਾਡੇ ਨੱਕ ਦੇ ਵਿੱਚ ਨਾ ਛੋਟੇ ਛੋਟੇ ਹੋਲਸ ਉਹਦੇ ਨਾਲ ਡ੍ਰਿਪ ਹੋ ਕੇ ਆਉਂਦਾ, ਜਿਹਦੇ ਨਾਲ ਸਾਡਾ ਨੱਕ ਬੰਦ, ਜਿਹੜਾ ਆਪਾਂ ਕਦੀ ਕੱਢਦੇ ਹਾਂ ਬਾਥਰੂਮ ਚ ਜਾ ਕੇ, ਜਾਂ ਆਦਤ ਪੈਂਦੀ ਉਂਗਲ ਪਾ ਕੇ ਕੱਢ ਕੇ ਉਹਨੂੰ ਫਿਰ ਲਪੇਟਦੇ ਹਨ। ਸੋ ਦੈਟਸ ਆਲ ਸੈਕ੍ਰੀਟਡ। ਸੋ ਜਦੋਂ ਕਈਆਂ ਨੂੰ ਜਿਹੜਾ ਸਾਈਨਸ ਪ੍ਰੋਬਲਮ ਹੈਗਾ, ਉਹਨਾਂ ਦੇ ਜਿਹੜੇ ਨੱਕ ਦੇ ਪੋਰਸ ਹੈਗੇ ਆ, ਨੱਕ ਰਨਿੰਗ ਹੋ ਕੇ ਉਹ ਬਲੌਕ ਹੋ ਜਾਂਦੇ ਤੇ ਫਲੂਇਡ ਇਕੱਠਾ ਹੁੰਦਾ ਰਹਿੰਦਾ, ਉਹਦੇ ਕਰਕੇ ਫਿਰ ਉਹਨਾਂ ਨੂੰ ਸਾਈਨਸ ਦਰਦ ਹੁੰਦਾ। ਸੋ ਇਹਦੇ ਲਈ ਨੱਕ ਦੀ ਸਪਰੇਅ ਅਸੀਂ ਕਹਿੰਦੇ ਆ ਜ਼ਰੂਰ ਯੂਜ਼ ਕਰੋ। ਫਲੋਨੇਸ, FLONAS ਓਵਰ ਦਾ ਕਾਊਂਟਰ ਹੋ ਗਈ ਆ, ਤੁਹਾਨੂੰ ਕੋਈ ਪ੍ਰਿਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ। ਸਟੀਰੋਇਡ 40 ਮਾਈਕਰੋਗ੍ਰਾਮ ਤੇ ਪ੍ਰਿਸਕ੍ਰਿਪਸ਼ਨ ਚ ਵੀ ਅਵੇਲੇਬਲ ਹੈ, ਮੋਮੇਟਾਸੋਨ ਅਵੇਲੇਬਲ ਹੈ, ਓਮਨੈਰਿਸ ਹੈ, ਨੇਜ਼ੋਨੈਕਸ ਹੈਗਾ, ਐਗੋਨਿਸ। ਤੇ ਉਹਦੇ ਨਾਲ ਅਸੀਂ ਕਈ ਵਾਰ ਐਂਟੀਹਿਸਟਾਮਿਨ ਵੀ ਕਹਿੰਦੇ ਆ। ਬੱਚਿਆਂ ਚ ਰੇਅਰਲੀ ਸਾਨੂੰ ਐਂਟੀਬਾਇਓਟਿਕ ਦੇਣੀ ਪੈਂਦੀ ਹੈ, ਕਿਉਂਕਿ 97 ਤੋਂ 99% ਇਹ ਜਿਹੜਾ ਹੈਗਾ ਨਾ ਬੈਕਟੀਰੀਆ ਹੁੰਦਾ ਨਾ ਵਾਇਰਸ ਹੁੰਦਾ। ਐਡਲਟਸ ਦੇ ਵਿੱਚ ਕਈ ਵਾਰ ਅਗਰ ਉਹਨਾਂ ਨੂੰ ਬੁਖਾਰ ਹੈਗਾ, ਬਹੁਤ ਪੇਨ ਹੋ ਰਹੀ ਹੈ, ਤੇ ਮੇਬੀ ਸ਼ਾਰਟ ਕੋਰਸ ਆਫ ਐਂਟੀਬਾਇਓਟਿਕ ਵੀ ਲੈਣਾ ਪੈ ਸਕਦਾ। ਇਹ ਜਦੋਂ ਗਿੱਲਾ ਹੋਊਗਾ ਸਰੀਰ ਦੇ ਵਿੱਚ ਵੀ ਗਿੱਲਾਪਣ ਵਧੂਗਾ, ਕਿਉਂਕਿ ਸਰੀਰ ਦੇ ਵਿੱਚ 72% ਪਾਣੀ ਹੈ, ਜਿਹੜਾ ਬਾਹਰਲਾ ਪਾਣੀ ਉਹ ਅੰਦਰਲੇ ਪਾਣੀ ਦੇ ਨਾਲ ਕਨੈਕਟ ਕਰੂਗਾ। ਜੀ ਜੀ। ਫੂਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਸ ਰੱਖਦਾ ਹੈਗਾ ਆ ਜਦੋਂ ਅਸੀਂ ਫੂਡ ਖਾਂਦੇ ਹੈਗੇ, ਖਾਸ ਕਰਕੇ ਜਦੋਂ ਸੈਲਡਸ ਖਾਂਦੇ ਹਾਂ ਅਸੀਂ ਸਰਦੀਆਂ ਦੇ ਵਿੱਚ, ਕਹਿੰਦੇ ਹੁੰਦੇ ਆ ਕਿ ਰॉ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹ ਕਿਉਂ ਕਹਿੰਦੇ ਆ ਕਿ ਰॉ ਫੂਡ ਨਹੀਂ ਇੰਨਾ ਖਾਣਾ ਚਾਹੀਦਾ ਸਰਦੀਆਂ ਦੇ ਵਿੱਚ? ਦੇਖੋ ਇਹ ਆਪਣੀ ਆਪਣੀ ਧਾਰਨਾਵਾਂ ਹੈਗੀਆਂ। ਤਾਂ ਵੀ ਮਤਲਬ ਰੈਸਟੋਰੈਂਟ 'ਚ ਸੈਲਡ ਸਰਵ ਹੁੰਦਾ, ਜਿਹੜੇ ਸਬਵੇ ਵਾਲੇ ਆ ਉਹ ਵੀ ਸੈਂਡਵਿਚ ਦੇ ਤੁਹਾਨੂੰ ਪਾ ਕੇ ਦਿੰਦੇ, ਸਾਰੀ ਚੀਜ਼ਾਂ, ਭਾਵੇਂ ਤੁਸੀਂ ਸਰਦੀਆਂ ਤੇ ਜਾਓ ਜਾਂ ਫਾਲ 'ਚ ਜਾਓ ਜਾਂ ਸਮਰ 'ਚ ਜਾਓ। ਕਲੀਨਲੀਨੈਸ ਦਾ ਇੱਕ ਇਸ਼ੂ ਬਣ ਜਾਂਦਾ, ਕਿਉਂਕਿ ਜਿਹੜਾ ਸਾਲਮੋਨੈਲਾ ਜਿਹੜਾ ਇਨਫੈਕਸ਼ਨ ਹੈਗਾ, ਉਹ ਹੁਣ ਆਪਾਂ ਗੰਢਿਆਂ ਦੀ ਗੱਲ ਕੀਤੀ ਸੀ, ਐਪਲਸ ਦੀ ਗੱਲ ਕੀਤੀ ਸੀ, ਸੇਮ ਥਿੰਗ ਜਿਹੜੇ ਗ੍ਰੀਨਸ ਹੈਗੇ ਆ ਉਹਨਾਂ ਦੇ ਸਾਲਮੋਨੈਲਾ ਕਾਫੀ ਜ਼ਿਆਦਾ ਹੁੰਦਾ, ਔਰ ਉਹ ਤੁਹਾਨੂੰ ਇਨਫੈਕਸ਼ਨ ਕਰ ਸਕਦਾ। ਬਾਕੀ ਦੇਖੋ ਤੁਸੀਂ ਇੱਕ ਕਹਾਵਤ ਹੈਗੀ ਆ ਵੀ ਜਿਹੜੀ ਮਾਂ ਦੀ ਦਾਲ ਹੈ, ਕਿਸੇ ਨੂੰ ਸਵਾਦੀ ਤੇ ਕਿਸੇ ਨੂੰ ਬਾਦੀ। ਸੋ ਲੱਗਦਾ ਵੀ ਤੁਹਾਡੇ ਬੋਡੀ ਦੇ ਲਈ ਉਹ ਰॉ ਫੂਡ ਠੀਕ ਨਹੀਂ ਹੈ, ਤੁਸੀਂ ਕੁੱਕ ਕਰਕੇ ਖਾ ਲਓ, ਹੈ ਨਾ। ਅਗਰ ਕਈ ਜਿਹੜਾ ਹੈਗਾ, ਮੇਰੇ ਵਰਗਾ, ਮੈਂ ਤੇ ਰॉ ਖਾਣਾ, ਮੇਰੇ ਵਰਗਾ ਬੰਦਾ ਰॉ ਖਾ ਰਿਹਾ ਦੁਪਹਿਰੇ, ਉਹਨੂੰ ਕੁਛ ਨਹੀਂ ਹੋ ਰਿਹਾ, ਹੀ ਸ਼ੁਡ ਔਰ ਸ਼ੀ ਸ਼ੁਡ ਕੈਰੀ ਔਨ। ਦੂਜੀ ਗੱਲ ਮੈਂ ਜ਼ਰੂਰ ਕਹੂੰਗਾ ਵੀ ਆਪਾਂ ਥੋੜਾ ਜਿਹਾ ਵਿਟਾਮਿਨ C ਕੰਟੇਨਿੰਗ ਫੂਡ ਜਿਹੜੇ ਹੈਗੇ ਵਧਾ ਦਈਏ, ਜਿਹਨੂੰ ਸਿਟਰਸ ਕਹਿੰਦੇ ਆ। ਸਿਟਰਸ ਬਹੁਤ ਸਸਤਾ ਹੁੰਦਾ, ਸੰਤਰਾ, ਮਸੰਮੀ ਜਿਹੜਾ ਹੈਗਾ, ਫਿਰ ਪਾਈਨਐਪਲ ਹੈਗਾ, ਸਟ੍ਰਾਬੇਰੀ ਹੈਗੀ ਆ, ਅੰਬ ਹੈਗਾ, ਜਿਹੜੇ ਵੀ ਜਿਹਦੇ ਵਿੱਚ ਵਿਟਾਮਿਨ C ਲੈਵਲ ਜ਼ਿਆਦਾ। ਉਹ ਵਿਟਾਮਿਨ C ਤੁਹਾਡੇ ਕੋਲੇਜਨ ਫਾਈਬਰਸ ਆ ਉਹਨੂੰ ਰਿਪੇਅਰ ਕਰਨ 'ਚ ਹੈਲਪ ਕਰਦਾ, ਬੋਡੀ ਦੀ ਜਿਹੜੀ ਇਮਿਊਨਿਟੀ ਆ ਉਹਨੂੰ ਤਗੜਾ ਕਰਦਾ।
ਤੇ ਵਿਟਾਮਿਨ ਡੀ ਵੀ ਰਿਸਰਚ ਆ ਰਿਹਾ ਵੀ ਉਹ ਵੀ ਜ਼ਰੂਰੀ ਹੈ, ਕਿਉਂਕਿ ਐਵਰੀ 3rd ਜਾਂ 4th ਕੈਨੇਡੀਅਨ ਉਹਦਾ ਲੋ ਵਿਟਾਮਿਨ ਡੀ ਆ। ਹੁਣ ਦੇਖੋ ਅਸੀਂ 4-6 ਮਹੀਨੇ ਇੱਕ ਬਿਨਾਂ ਸੂਰਜ ਦੇ ਮਾਹੌਲ 'ਚ ਚਲੇ ਜਾਣਾ, ਉਸ ਜੀ ਤੋਂ ਅਸੀਂ ਘਰਾਂ ਦੇ ਵਿੱਚ ਹੈਗੇ ਆ ਜਿੱਥੇ ਸੂਰਜ ਆਉਂਦਾ ਨਹੀਂ ਹੈ। ਅਸੀਂ ਆਰਟੀਫੀਸ਼ੀਅਲ ਲਾਈਟ ਕਲੀਨ ਕੀਤੀ ਹੋਈ ਹੈ, ਅੰਦਰ ਹੀਟ ਲਾਈ ਹੋਈ ਆ ਜਾਂ ਗਰਮੀਆਂ 'ਚ ਏਸੀ ਲਾਈ ਹੋਈ ਆ। ਸੋ ਸਾਡਾ ਵਿਟਾਮਿਨ ਡੀ ਵੀ ਲੋ ਆ। ਅਮਰੀਕਾ 'ਚ ਸਟੱਡੀ ਆ ਰਹੀ ਸੀ ਵੀ 54% ਰਿਸਕ ਘਟਦਾ ਕੋਵਿਡ ਦਾ ਅਗਰ ਵਿਟਾਮਿਨ ਡੀ ਲੈਵਲ ਠੀਕ ਹੋਵੇ। ਸੋ ਇਹ ਵਿਟਾਮਿਨ ਡੀ ਦਰੁਸਤ ਜਿਹੜਾ ਹੈਗਾ ਤੁਹਾਨੂੰ ਫਲੂ ਤੋਂ ਵੀ ਬਚਾਊਗਾ, ਕੋਵਿਡ ਤੋਂ ਵੀ ਬਚਾਊਗਾ, ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਬਚਾਊਗਾ। ਸੋ ਇਹ ਜ਼ਰੂਰੀ ਹੈਗਾ ਵੀ 1000 ਯੂਨਿਟ ਐਡਲਟ ਜਿਹੜਾ ਹੈਗਾ ਉਹ ਉਦਾਂ ਵੀ ਲੈ ਸਕਦਾ। ਹੈਲਥ ਕੈਨੇਡਾ ਰਿਕਮੈਂਡ ਕਰਦੀ ਹੈ, ਬਟ ਡਾਕਟਰ ਦੇ ਨਾਲ ਆਪਣੇ ਜ਼ਰੂਰ ਸਲਾਹ ਕਰੋ। ਤੀਜੀ ਗੱਲ ਜਿਹੜਾ ਮੈਂ ਦੱਸਿਆ ਸੀ ਐਂਟੀ ਇਨਫਲੇਮੇਟਰੀ ਫੂਡ, ਉਹਦੇ ਵਿੱਚ ਮੋਸਟਲੀ ਸਾਡੇ ਘਰਾਂ 'ਚ ਸਾਰੀਆਂ ਚੀਜ਼ਾਂ ਹੈਗੀਆਂ, ਕਾਲਾ ਮਿਰਚਾਂ ਹੈਗੀਆਂ, ਅਦਰਕ ਹੈਗਾ, ਲਸਣ ਹੈਗਾ। ਇਹ ਸਾਰੀਆਂ ਚੀਜ਼ਾਂ ਐਂਟੀ ਇਨਫਲੇਮੇਟਰੀ ਆ, ਸਾਡੇ ਤੜਕਿਆਂ 'ਚ ਪੈਂਦਾ, ਰੋਜ਼ ਅਸੀਂ ਯੂਜ਼ ਕਰਦੇ ਹਾਂ ਦਾਲ ਸਬਜ਼ੀ 'ਚ, ਔਰ ਸਾਨੂੰ ਕਰਨਾ ਚਾਹੀਦਾ। ਇਹਦੇ ਨਾਲ ਸਾਡਾ ਮੈਟਾਬੋਲਿਜ਼ਮ ਵੀ ਦਰੁਸਤ ਰਹਿੰਦਾ ਔਰ ਇਨਫਲੇਮੇਸ਼ਨ ਵੀ ਘਟਦਾ। ਬਿਲਕੁਲ ਲਾਸਟਲੀ ਹੁਣ ਅਸੀਂ BC ਦੀ ਗੱਲ ਕਰ ਰਹੇ ਹੈਗੇ ਹਾਂ ਤਾਂ BC ਦੇ ਵਿੱਚ ਜਿਹੜੀਆਂ ਇਲੈਕਸ਼ਨ ਕਾਲ ਹੋ ਗਈਆਂ ਹੈਗੀਆਂ ਨੇ, ਹੁਣ ਇਹਦੇ ਤੇ ਵੀ ਲੱਗਦਾ ਹੈਗਾ ਕਿ ਸਿਹਤ ਨੂੰ ਲੈ ਕੇ ਸਾਨੂੰ ਬਹੁਤ ਸਾਰੀਆਂ ਚਿੰਤਾਵਾਂ ਹੈਗੀਆਂ ਨੇ। ਉੱਧਰੋਂ ਇਲੈਕਸ਼ਨ ਕਾਲ ਹੋ ਗਈਆਂ ਹੈਗੀਆਂ ਨੇ, ਕਿਹੜੀਆਂ ਸਾਨੂੰ ਆਪਣੇ ਤੌਰ ਦੇ ਉੱਤੇ ਪ੍ਰੀਕਾਸ਼ਨਸ ਰੱਖਣੀਆਂ ਪੈਣੀਆਂ ਨੇ? ਕੀ ਲੱਗਦਾ ਹੈ ਕਿ ਇਹਦੇ ਨਾਲ ਜਿਹੜੇ ਕੇਸ ਨੇ ਵੱਧ ਸਕਦੇ ਨੇ? ਬਿਲਕੁਲ ਵੱਧ ਸਕਦੇ ਨੇ। ਦੇਖੋ ਆਵਾਮ ਦਾ ਇੱਕ ਹੱਕ ਬਣਦਾ, ਜਮਹੂਰੀਅਤ ਹੈ, ਡੈਮੋਕ੍ਰੇਸੀ ਆ ਵੀ ਆਪਣੀ ਵੋਟ ਕਾਸਟ ਕਰੇ। 24 ਅਕਤੂਬਰ ਨੂੰ ਮਾਨਯੋਗ ਸਾਡੇ ਪ੍ਰੀਮੀਅਰ ਸਾਹਿਬ ਜੌਨ ਹੌਰਗਨ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਹੋਊਗੀ। ਹਾਲਾਂਕਿ ਪ੍ਰੋਵਿੰਸ ਦੇ ਫਰੰਟ ਪੇਜ 'ਚ ਲਿਖਿਆ ਸੀ ਵੀ ਸਨੈਪ ਇਲੈਕਸ਼ਨ BC ਦੇ ਬਹੁਤ ਸਾਰੇ ਲੋਕੀ ਲਾਈਕ ਨਹੀਂ ਕਰ ਰਹੇ, ਕਿਉਂਕਿ ਇਸ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਦੇ ਬਾਰੇ ਜ਼ਿਆਦਾ ਵਰੀ ਹੈਗੀ ਹੈ, ਜੌਬ ਬਾਰੇ ਵਰੀ ਆ, ਪਰਿਵਾਰ ਬਾਰੇ, ਤੇ ਵਿੱਚ ਇਲੈਕਸ਼ਨ ਹੁਣ ਖੜੀ ਕਰਤੀ। ਚਲੋ ਹੁਣ ਉਹ ਸਾਡੇ ਕੰਟਰੋਲ 'ਚ ਨਹੀਂ ਹੈਗਾ ਜੋ ਵੀ ਹੋ ਰਿਹਾ। ਇਲੈਕਸ਼ਨਸ ਕੈਨੇਡਾ ਔਰ ਇਲੈਕਸ਼ਨ BC ਜਿਹੜੀ ਇਹਦੇ 'ਚ ਇਨਵੋਲਵ ਹੁੰਦੀ ਆ। ਮੇਰੇ ਖਿਆਲ ਨਾਲ 7 ਦਿਨ ਵੋਟਿੰਗ ਤੋਂ ਪਹਿਲਾਂ ਵੀ ਐਵਰੀਡੇ ਵੋਟਿੰਗ ਏਰੀਆਸ ਖੁੱਲੇ ਰਹਿਣਗੇ ਇਸ ਵਾਰੀ। ਸੋ ਪ੍ਰੀ ਪੋਲਸ 'ਚ ਆਪਾਂ ਜਾ ਸਕਦੇ ਹਾਂ। ਅਸੀਂ ਮੇਲ ਰਾਹੀਂ ਵੋਟਸ ਜਿਹੜੇ ਹੈਗੇ ਆ ਉਹ ਕਾਸਟ ਕਰ ਸਕਦੇ ਆ। ਆਉਣ ਵਾਲੇ ਟਾਈਮ 'ਚ ਮੇਰੇ ਖਿਆਲ ਨਾਲ ਇਲੈਕਟ੍ਰੋਨਿਕ ਵੋਟਿੰਗ ਹੋਊਗੀ, ਬਟ ਫਿਲਹਾਲ ਮੇਲ ਵੋਟਸ ਹੋਊਗੀ ਜਾਂ ਮਤਲਬ ਵੋਟਿੰਗ ਵੀ ਆਪਾਂ ਕਰ ਸਕਾਂਗੇ। ਮੇਰੇ ਖਿਆਲ ਨਾਲ 18 ਤਰੀਕ ਤੋਂ ਇਹ ਖੁੱਲ ਜਾਏਗਾ ਜਿਹੜੇ ਵੋਟਸ ਅਸੀਂ ਕਾਸਟ ਕਰ ਸਕਾਂਗੇ। ਹੁਣ ਪ੍ਰੋਬਲਮ ਇਹ ਖੜੀ ਹੁੰਦੀ ਆ, ਸਕੂਲ ਵੀ ਖੁੱਲੇ ਆ, ਇਲੈਕਸ਼ਨ ਵੀ ਕਾਲ ਹੋਈ ਆ। ਜਿਹੜੀ ਇਲੈਕਸ਼ਨ ਹੁੰਦੀ ਆ ਉਹ ਮੋਸਟਲੀ ਸਕੂਲਾਂ 'ਚ ਹੁੰਦੀ ਆ, ਜੀ ਜੀ ਮੋਸਟਲੀ ਚਰਚਾਂ 'ਚ ਹੁੰਦੀ ਆ, ਬਟ 90% ਸਕੂਲਾਂ 'ਚ ਹੁੰਦੀ ਆ। ਉਹਨਾਂ ਦਾ ਜਿਹੜਾ ਜਿਮ ਹੁੰਦਾ ਉਹ 'ਚ ਹੁੰਦੀ ਆ। ਉਹਦੇ ਜਿਹੜੇ ਉਹਨਾਂ ਦੇ ਇਲੈਕਸ਼ਨ ਵਾਲੇ ਸਦੱਸਿਆ ਆ, ਉਹਨਾਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਗੇਅਰਸ ਚਾਹੀਦਾ, ਇਨਕਲੂਡਿੰਗ ਵਾਈਜ਼ਰ, ਤਾਂ ਕਿ ਅੱਖਾਂ ਦੀ ਵੀ ਕਵਰੇਜ ਹੋਏ, ਨੱਕ ਔਰ ਮੂੰਹ ਦੀ ਵੀ ਕਵਰੇਜ ਹੋਏ। ਫਿਰ ਕੈਪੈਸਿਟੀ ਅਸੀਂ ਕਹਿੰਦੇ ਆ ਵੀ 50 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੋ ਉਹ ਵਾਚ ਕਰਨੀ ਪਏਗੀ। ਮੀਂਹ ਅਗਰ ਬਾਹਰ ਪੈ ਰਿਹਾ ਤਾਂ ਲੋਕੀ ਲਾਈਨ 'ਚ ਮੀਂਹ 'ਚ ਵਿਚਾਰੇ ਕਿੱਦਾਂ ਖਲੋਣਗੇ? ਕਈਆਂ ਤੋਂ ਮੇਰੇ ਵਰਗੀ ਕੋਈ ਤਾਂ ਛਤੜੀ ਵੀ ਨਹੀਂ ਹੈਗੀ ਤੇ ਦਸਤਾਰ ਵੀ ਗਿੱਲੀ ਹੋ ਜਾਊਗੀ। 6 ਫੁੱਟ ਦਾ ਡਿਸਟੈਂਸ ਵੀ ਰੱਖਣਾ ਪਊਗਾ। ਸੋ ਚੈਲੰਜਸ ਕਾਫੀ ਹੈਗੇ ਆ ਔਰ ਇਹ ਚੈਲੰਜਸ ਨੂੰ ਓਵਰਕਮ ਕਰਨਾ ਪਊਗਾ। ਮੈਨੂੰ ਲੱਗਦਾ ਲੋ ਟਰਨ ਆਊਟ ਹੋਊਗੀ, ਕਿਉਂਕਿ ਲੋਕਾਂ ਨੇ ਕਹਿਣਾ ਵੀ ਅਸੀਂ ਤਾਂ ਨਹੀਂ ਜਾਣਾ ਹੈ ਨਾ। ਵੈਦਰ ਅਗਰ ਉਸ ਦਿਨ ਵੈਦਰ ਖਰਾਬ ਹੋਇਆ ਜਿੱਦਾਂ ਅੱਜ ਖਰਾਬ, ਲੋਕੀ ਨਹੀਂ ਜਾਣਾ। ਸੋ ਇਸ ਲਈ ਇਹ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣੀਆਂ ਔਰ ਸਾਨੂੰ ਉਹੀ ਪ੍ਰੋਟੈਕਸ਼ਨ ਰੱਖਣੇ ਪੈਣੇ। ਮਾਸਕ ਪਾ ਕੇ ਜਾਣਾ ਪੈਣਾ ਜਦੋਂ ਅਸੀਂ ਵੋਟਿੰਗ ਕਰਨ ਜਾਂਦੇ ਆ। ID ਜਿਹੜੀ ਹੈਗੀ ਤੁਹਾਡੀ, ਜੋ ਵੀ ਹੈ ਡਰਾਈਵਰਸ ਲਾਇਸੈਂਸ ਜਾਂ ਪਾਸਪੋਰਟ, ਉਹ ਦੱਸੋ। ਅਗਰ ਉਹ ਵਰੀਡ ਹੈਗਾ ਤੇ ਹੋ ਸਕਦਾ ਉਹ ਕਹੇ ਵੀ ਮਾਸਕ ਥੋੜਾ ਜਿਹਾ ਥੱਲੇ ਕਰਕੇ ਮੂੰਹ ਮਾਂਦਰਾ ਦੇਖੀਏ, ਬਟ ਬਹੁਤੀ ਵਾਰੀ ਉਹ ਨਹੀਂ ਚੈੱਕ ਕਰਦੇ ਹਨਾ। ਇੰਨੀ ਇਨਫ ਹੁੰਦਾ ਤੁਹਾਡੇ ਫੇਸ ਔਰ ਜਿਹੜਾ ਪਿਕਚਰ ਹੈ ਉਸ ਤੋਂ ਪਤਾ ਲੱਗ ਜਾਵੇ ਤੁਸੀਂ ਹੋ। ਉਦਾਂ ਵੀ ਚੀਟਿੰਗ ਤਾਂ ਹੁੰਦੀ ਨਹੀਂ ਕੈਨੇਡਾ 'ਚ, ਇਟਸ ਵੈਰੀ ਫੇਅਰ। ਸੋ ਇਹ ਸਾਰੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਪੈਣੀਆਂ ਤਾਂ ਕਿ ਸਾਨੂੰ ਕੋਵਿਡ ਨਾ ਹੋਵੇ ਔਰ ਜਿਹੜੇ ਇਲੈਕਸ਼ਨਸ BC ਵਾਲੇ ਸਦੱਸਿਆ ਉਹਨਾਂ ਨੂੰ ਵੀ ਨਾ ਹੋਵੇ, ਤਾਂ ਕਿ ਅਸੀਂ ਇੱਕ ਦੂਜੇ ਨੂੰ ਵਾਇਰਸ ਸਪਰੈਡ ਨਾ ਕਰੀਏ। ਕਿਉਂਕਿ ਇਲੈਕਸ਼ਨ ਤਾਂ ਹੁਣ ਕਾਲ ਹੋਈ ਆ, ਉਹ ਤੇ ਹੋ ਕੇ ਜੀ ਬਿਲਕੁਲ ਡਾਕਟਰ ਪੁਰਜੀਤ, ਤੁਸੀਂ ਦੱਸਿਆ ਕਿ ਸਾਨੂੰ ਰੇਨੀ ਸੀਜ਼ਨ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਜਿਹੜਾ ਸੇਫ ਰੱਖਣਾ ਚਾਹੀਦਾ ਹੈ, ਤੇ ਉਮੀਦ ਹੈ ਕਿ ਜਿਹੜੀ ਆਡੀਅנס ਹੈਗੇ ਨੇ ਉਹਨਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਯੂਜ਼ਫੁਲ ਹੋਊਗੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਟਾਈਮ 'ਚ ਟਾਈਮ ਕੱਢਿਆ। ਥੈਂਕ ਯੂ ਸੋ ਮਚ। ਇੱਕ ਚੀਜ਼ ਮੈਂ ਭੁੱਲ ਗਿਆ ਸੀ ਵੀ ਕੱਪੜੇ ਜਿਹੜੇ ਹੈਗੇ ਆ ਉਹ ਵੀ ਹੁਣ ਮਤਲਬ ਠੰਡ ਹੋ ਗਈ ਆ। ਚਲੋ ਮੈਨੂੰ ਤਾਂ ਆਦਤ ਪਈ ਆ ਹਾਫ ਸਲੀਵ ਪਾਉਣ ਦੀ, ਵੀ ਅਗਰ ਕਿਸੇ ਨੂੰ ਠੰਡ ਲੱਗਦੀ ਆ ਉਹ ਜੈਕਟ ਪਾ ਸਕਦਾ, ਗਲਵਸ ਪਾ ਸਕਦਾ। ਘਰੇ ਵੀ ਅਗਰ ਕਿਸੇ ਦੇ ਮਤਲਬ ਠੰਡ ਲੱਗਦੀ ਤੇ ਹੀਟ ਔਨ ਕਰ ਸਕਦਾ। ਸੋ ਆਪਣੇ ਆਪ ਨੂੰ ਉਹ ਮਤਲਬ ਲੌਜਿਕ ਦੇ ਨਾਲ ਚੱਲੋ, ਜਿੰਨੀ ਕੁ ਲੋੜ ਹੈਗੀ ਕੱਪੜਿਆਂ ਦੀ, ਗਲਵਸ ਦੀ, ਉਸ ਹਿਸਾਬ ਦੇ ਨਾਲ ਪਾਓ। ਔਰ ਜਿੱਦਾਂ ਘਰਾਂ ਦੇ ਵਿੱਚ ਮੈਂ ਕਹੂੰਗਾ ਵੀ ਬਹੁਤਾ ਟਾਈਮ ਆਪਾਂ ਵਿੰਟਰ ਜਿਹੜੀ ਹੈਗੀ ਹੁਣ ਕੱਟੀਏ। ਅਗਾਂਹ ਚੱਲ ਕੇ ਹੋ ਸਕਦਾ ਜਨਵਰੀ ਤੋਂ ਵੈਕਸੀਨ ਆਉਣੀ ਸ਼ੁਰੂ ਹੋ ਜਾਏ, ਸਪਰਿੰਗ ਤੱਕ ਬਹੁਤ ਲੋਕਾਂ ਨੂੰ ਮਿਲੇਗੀ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਫਿਰ ਅਗਲੇ ਹਫ਼ਤੇ ਮਿਲਾਂਗੇ। ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ ਗੱਲਬਾਤ ਹੋਈ ਅੱਜ ਡਾਕਟਰ ਪੁਰਜੀ ਦੇ ਨਾਲ, ਜਿਨ੍ਹਾਂ ਨੇ ਦੱਸਿਆ ਹੈਗਾ ਕਿ ਫਲੂ ਸੀਜ਼ਨ ਆ ਰਿਹਾ ਹੈਗਾ, ਫਲੂ ਸ਼ਾਟ ਲਗਾਉਣੇ ਲਾਜ਼ਮੀ ਹੈਗੇ ਨੇ, ਕਿਉਂਕਿ ਹੁਣ ਫਲੂ ਸ਼ਾਟ ਲੱਗਣ ਲੱਗ ਜਾਣਗੇ ਤਾਂ ਜ਼ਰੂਰ ਆਪਣੇ ਨੇੜਲੇ ਫਾਰਮਾਸਿਸਟ ਦੇ ਉੱਤੇ ਕੋਲ ਜਾ ਕੇ, ਫਾਰਮੇਸੀ ਤੇ ਜਾ ਕੇ ਤੁਸੀਂ ਜਿਹੜੇ ਫਲੂ ਸ਼ਾਟ ਹੈ ਉਹ ਲਗਵਾ ਸਕਦੇ ਆ ਜਦੋਂ ਵੀ ਤੁਹਾਨੂੰ ਤੁਹਾਡੇ ਫੈਮਿਲੀ ਡਾਕਟਰ ਤੋਂ ਕਾਲ ਆਉਂਦੀ ਹੈਗੀ ਹੈ। ਤੇ ਨਾਲ ਨਾਲ ਇਲੈਕਸ਼ਨ ਆ ਗਏ ਹੈਗੇ ਨੇ, ਸੋਚ ਸਮਝ ਕੇ ਆਪਣੀ ਵੋਟ ਜ਼ਰੂਰ ਪਾਓ ਕਿ ਕਿਸ ਨੂੰ ਤੁਸੀਂ ਆਪਣੀ ਵੋਟ ਦੇ ਰਹੇ ਹੋ ਤੇ ਕਿਸ ਨੂੰ ਤੁਸੀਂ ਲੀਡਰ ਚੁਣ ਰਹੇ ਹੈਗੇ ਹੋ। ਤੁਹਾਡੇ ਲਈ ਇਸ ਤਰ੍ਹਾਂ ਹੀ ਅਸੀਂ ਨਵੀਂ ਇਨਫੋਰਮੇਸ਼ਨ ਤੇ ਨਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।